ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 184 ਤੇ ਹੇਠਲਾ ਪਹਿਰਾ ਹੇਠੋਂ ਪੰਜਵੀਂ ਪੰਕਤੀ ਹੈ। ਗੌੜੀ ਗੁਆਰੇਰੀ ਮਹਿਲਾ ਪੰਜਵਾਂ। ਰਾਗ ਦਾ ਨਾਂ ਗੌੜੀ ਗੁਆਰੇਰੀ, ਪੰਚਮ ਪਾਤਸ਼ਾਹ ਦੀ ਬਾਣੀ ਹੈ। ਮਹੱਲਾ ਮੈਨੇ ਗੁਰੂ ਤੇ ਪੰਜ ਦਾ ਮਤਲਬ ਪੰਚਮ, ਪੰਜਵਾਂ ਗੁਰੂ, ਪੰਜਵਾਂ ਪੰਜਵਾਂ ਗੁਰੂ, ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰ ਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ। ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ, ਪ੍ਰਸਾਦ ਹਿੰਦੀ ਦਾ ਸ਼ਬਦ ਹੈ, ਅਰਥ ਹੈ ਕਿਰਪਾ। ਦੱਦੇ ਨੂੰ ਸਿਆਰੀ ਦਾ ਅਰਥ ਹੈ ਨਾਲ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ। ਗੁਰ ਪ੍ਰਸਾਦ ਨਾਮ ਮਨ ਲੱਗਾ, ਨਾਮ ਦੇ ਵਿੱਚ ਮਨ ਲੱਗ ਗਿਆ, ਨਹੀਂ ਤਾਂ ਮਨ ਨਹੀਂ ਨਾ ਜੁੜਦਾ। ਗੁਰੂ ਦੀ ਕਿਰਪਾ ਹੋ ਗਈ, ਨਾਮ 'ਚ ਮਨ ਲੱਗ ਗਿਆ। ਜਦੋਂ ਨਾਮ 'ਚ ਲੱਗਾ ਮਨ, ਨਤੀਜਾ ਕੀ ਨਿਕਲਿਆ? ਜਨਮ ਜਨਮ ਕਾ ਸੋਇਆ ਜਗ। ਇਹ ਮਨ ਜਨਮਾਂ ਜਨਮਾਂ ਤੋਂ ਸੁੱਤਾ ਪਿਆ ਸੀ, ਇਹ ਜਾਗ ਪਿਆ। ਤੁਸੀਂ ਕਹੋ ਸੁੱਤੇ ਤੋਂ ਕੀ ਭਾਵ ਹੈ? ਇਹਨੂੰ ਗਿਆਨ ਨਹੀਂ ਸੀ ਵੀ ਨਾਮ ਜਪਣੇ, ਹੁਣ ਇਹ ਜਾਗ ਪਿਆ ਹੈ, ਭਾਵ ਨੂੰ ਗਿਆਨ ਹੋ ਗਿਆ ਵੀ ਨਾਮ ਜਪਣੇ। ਬਸ ਫਿਰ ਲੱਗ ਗਿਆ ਨਾਮ ਜਪਣ, ਜਾਗ ਚੁੱਪਿਆ। ਇੱਕ ਤਾਂ ਸਾਡੇ ਵਾਂਗੂ ਜਾਗਣਾ ਵੀ ਸਵੇਰ ਰਾਤ ਪੈ ਗਈ ਸਵੇਰੇ ਜਾਗ ਪਿਆ, ਉਹ ਨਹੀਂ ਜਾਗਣ ਦਾ ਭਾਵ ਹੈ। ਸੁਚੇਤ ਹੋ ਜਾਣਾ, ਗਿਆਨ ਹੋ ਜਾਣਾ ਕਿ ਮੈਂ ਇਸ ਸੰਸਾਰ 'ਚ ਕਿਉਂ ਆਇਆ, ਮੈਨੂੰ ਮਨੁੱਖਾ ਜੀਵਨ ਕਿਉਂ ਮਿਲਿਆ। ਜੇ ਇਹੀ ਨਹੀਂ ਪਤਾ ਕਿ ਮੈਨੂੰ ਮਨੁੱਖਾ ਜੀਵਨ ਕਿਉਂ ਮਿਲਿਆ, ਅਸੀਂ ਕਦੇ ਭਜਨ ਬੰਦਗੀ ਨਹੀਂ ਕਰਾਂਗੇ। ਜਦੋਂ ਪਤਾ ਲੱਗੇਗਾ ਕਿ ਮਨੁੱਖਾ ਜੀਵਨ ਦੇ ਮਿਲੇ ਹੀ ਭਜਨ ਬੰਦਗੀ ਲਈ ਹੈ। ਅੱਜ ਜਿਹੜੇ ਅਸੀਂ ਕੰਮ ਕਰਦੇ ਤੇ ਇਸ ਲਈ ਕਰਦੇ ਆ ਵੀ ਸਾਨੂੰ ਸਰੀਰ ਲੱਗਾ, ਸਾਡਾ ਪਰਿਵਾਰ ਹੈ, ਉਸ ਨੂੰ ਅਸੀਂ ਪਾਲਣਾ ਹੈ, ਤਾਂ ਕੁਝ ਕਮਾਵਾਂਗੇ ਤਾਂ ਹੀ ਪਾਲਾਂਗੇ। ਕੰਮ ਤਾਂ ਇਸ ਲਈ ਕਰਦੇ। ਜਿਹੜਾ ਉਦੇਸ਼ ਹੈ ਉਹ ਪਰਮਾਤਮਾ ਦੀ ਪ੍ਰਾਪਤੀ ਹੈ। ਸਾਧਨ ਕੀ ਹੈ? ਨਾਮ ਬਾਣੀ। ਨਾਮ ਬਾਣੀ ਸਾਧਨ ਹੈ, ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਜਦੋਂ ਇਹ ਗਿਆਨ ਹੋ ਜਾਏਗਾ, ਸਮਝੋ ਤੁਹਾਡਾ ਮਨ ਜਾਗ ਪਿਆ ਹੈ, ਬਸ ਫਿਰ ਲੱਗੇਗਾ ਭਜਨ ਬੰਦਗੀ ਕਰਨੇ। ਗੁਰ ਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਗ। ਇਹ ਕੁਝ ਕੁ ਦੇਰ ਲਈ ਜਾਗਦਾ, ਫਿਰ ਸਮਝਦਾ ਕਿਹੜੇ ਕਿਸੇ ਆਪਾਂ। ਅਸੀਂ ਘੰਟਾ ਕੁ ਜਾਗਾਂਗੇ ਫਿਰ ਸੌਂ ਜਾਵਾਂਗੇ। ਜਿਵੇਂ ਰਾਤ ਨੂੰ ਸੌਂਦੇ ਨੇ, ਉਹ ਸੌਣ ਤੋਂ ਭਾਵ ਨਹੀਂ, ਉਹ ਤਾਂ ਸਾਰੀ ਦੁਨੀਆ ਸੌਂਦੀ, ਅਤੇ ਗੁਰੂ ਮਹਾਰਾਜ ਵੀ ਸੌਂਦੇ ਸਨ। ਉਹ ਤਾਂ ਸਰੀਰ ਨੂੰ ਰੈਸਟ ਤਾਂ ਚਾਹੀਦਾ ਹੁੰਦਾ ਨਾ। ਸੁਚੇਤ ਰਹਿਣਾ ਹਰ ਵਕਤ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਅਤੇ ਪਰਮਾਤਮਾ ਦੀ ਪ੍ਰਾਪਤੀ ਨਾਮ ਜਪ ਕੇ ਹੋਣੀ ਹੈ, ਬਾਣੀ ਪੜ੍ਹ ਕੇ ਹੋਣੀ ਹੈ। ਬਸ ਇਸ ਲਈ ਜਿਵੇਂ ਸਮਾਂ ਮਿਲੇ, ਚਾਹੇ ਨਾਮ ਜਪੋ ਚਾਹੇ ਬਾਣੀ ਪੜ੍ਹੋ। ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ, ਪੂਰੇ ਗੁਰ ਕੀ ਸਮਤ ਪ੍ਰਾਣੀ। ਜਿਸ ਪ੍ਰਾਣੀ ਨੂੰ, ਜਿਸ ਵਿਅਕਤੀ ਨੂੰ ਪੂਰੇ ਗੁਰੂ ਦੀ ਮੱਤ ਮਿਲ ਗਈ ਨਾ, ਸਮਤ ਚੰਗੀ ਮੱਤ, ਕੁਮੱਤ ਭੈੜੀ ਮੱਤ। ਕਈ ਸਾਨੂੰ ਭੈੜੀ ਮੱਤ ਦਿੰਦੇ ਨੇ। ਉਹ ਪੀਆ ਕਰ ਘੁੱਟ, ਖਾ ਪੀ ਕੀ ਇੱਥੇ ਲੱਗਾ ਰਾਮ ਰਾਮ ਕਰਨ, ਉਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਮਾਰੀ ਜਾਂਦੇ ਜੀ, ਜਾਮ ਹੁੰਦੇ ਨੇ ਫਲਾਣ। ਕਦੇ ਤਾਂ ਵੀ ਡਰਾਉਣ ਲਈ ਹੁੰਦੇ ਨੇ। ਉਹ ਕੋਈ ਨਹੀਂ ਜਮ ਜੁਮ ਹੁੰਦੇ, ਕੋਈ ਧਰਮਰਾਜ ਨਹੀਂ ਹੁੰਦਾ, ਕੋਈ ਰੱਬ ਰੁੱਬ ਨਹੀਂ ਹੈਗਾ, ਖਾਓ ਪੀਓ ਐਸ਼ ਕਰੋ, ਐਂ ਕਹਿਣਗੇ। ਇਹ ਇੱਕ ਮੱਤ। ਗੁਰੂ ਹਮੇਸ਼ਾ ਸਾਨੂੰ ਸਮੱਤ ਦਿੰਦੇ। ਅਸੀਂ ਲੋਕਾਂ ਦੀ ਨਹੀਂ ਮੰਨਣੀ। ਯਾਦ ਰੱਖਣਾ, ਜੇ ਕੋਈ ਕਹੇ ਨਾ, ਉਹਨੂੰ ਇੱਕੋ ਗੱਲ ਪੁੱਛਣੀ ਵੀ ਕੀ ਤੂੰ ਗੁਰੂ ਨਾਨਕ ਦੇਵ ਜੀ ਤੋਂ ਵੱਧ ਸਿਆਣਾ? ਐਸਾ ਕੋਈ ਮੂਰਖ ਨਹੀਂ ਜਿਹੜਾ ਕਹੇ ਮੈਂ ਹਾਂ ਗੁਰੂ ਨਾਨਕ ਤੋਂ ਵੱਧ ਸਿਆਣਾ, ਕਦੇ ਨਹੀਂ ਕਹੇਗਾ। ਉਹਦਾ ਹੌਸਲਾ ਹੀ ਨਹੀਂ ਪਏਗਾ ਕਿ ਮੈਂ ਇਹ ਕਹਿ ਸਕਾਂ ਕਿ ਮੈਂ ਗੁਰੂ ਨਾਨਕ ਤੋਂ ਸਿਆਣਾ। ਨਹੀਂ, ਜੋ ਆਪਣੀ ਥਾਂ ਦੇ ਨੇ, ਆਪਣੇ ਵਿਚਾਰ ਆਪਣੀ ਥਾਂ, ਫਿਰ ਐਂ ਕਰਕੇ ਟਲ ਪਊਗਾ। ਬਈ ਜੇ ਗੁਰੂ ਨਾਨਕ ਦੇ ਤੇਰੇ ਤੋਂ ਸਿਆਣੇ ਨੇ, ਫਿਰ ਮੈਂ ਸਿਆਣੇ ਦੀ ਗੱਲ ਮੰਨਾਂਗਾ, ਮੈਂ ਤੇਰੀ ਕਿਉਂ ਮੰਨਾਂ ਵੀ।
ਗੱਲ ਖਤਮ ਹੋ ਗਈ। ਜਾਂ ਕਹਿ ਤੂੰ ਗੁਰੂ ਨਾਨਕ ਦੇ ਸਿਆਣਾ, ਤੇ ਜੇ ਇਸ ਤੂੰ ਸਿਆਣੇ ਤਾਂ ਕਿਸ ਗੱਲੋਂ ਸਿਆਣਾ ਵੀ ਹੈ। ਇਸ ਲਈ ਗੁਰੂ ਨਾਨਕ ਦਾ ਸਤਿਕਾਰ ਤਾਂ ਸਾਰਾ ਸੰਸਾਰ ਕਰਦਾ ਵੀ, ਇਹੋ ਜਿਹਾ ਬੰਦਾ ਹੀ ਨਹੀਂ ਪੈਦਾ ਕਦੇ ਹੋਇਆ, ਅਜੇ ਤੱਕ ਨਹੀਂ ਹੋਇਆ ਪੈਦਾ ਕੋਈ, ਅੱਗੋਂ ਪਤਾ ਨਹੀਂ ਕਦੋਂ ਕੋਈ ਪੈਦਾ ਹੋਵੇ। ਪੂਰੇ ਗੁਰ ਕੀ ਸਮਤ ਪ੍ਰਾਣੀ ਹੈ। ਪ੍ਰਾਣੀ ਪੂਰੇ ਗੁਰੂ ਦੀ ਸਮਤ ਰਾਹੀਂ ਕੀ ਹੁੰਦਾ? ਅੰਮ੍ਰਿਤ ਗੁਣ ਉਚਰੈ ਪ੍ਰਭਾਣੀ। ਫਿਰ ਪਰਮਾਤਮਾ ਦੇ ਅੰਮ੍ਰਿਤਮਈ ਗੁਣ, ਪਰਮਾਤਮਾ ਦੀ ਬਾਣੀ ਦਾ ਉਚਾਰਨ ਕਰਦਾ ਹੈ ਕਿ ਉਹਨੂੰ ਸਮਤ ਮਿਲ ਗਈ ਹੈ। ਪ੍ਰਭ ਸਿਮਰਤ ਕੁਸ਼ਲ ਸਭ ਪਾਏ। ਫਿਰ ਉਹ ਸਿਮਰਨ ਕਰਨ ਲੱਗ ਪਿਆ, ਫਿਰ ਉਹਨੂੰ ਕੀ ਮਿਲਿਆ? ਕੁਸ਼ਲ, ਸੁਖ, ਸ਼ਾਂਤ, ਸਾਰੇ ਸੁਖ ਪ੍ਰਾਪਤ ਹੋ ਗਏ। ਪ੍ਰਭ ਸਿਮਰਤ, ਪਰਮਾਤਮਾ ਦਾ ਸਿਮਰਨ ਕਰਕੇ ਕੁਸ਼ਲ ਸਭ ਪਾਏ। ਸਭ ਭੱਬੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਬਹੁਵਚਨ ਹੈ। ਸਾਰੇ ਸੁਖ ਪ੍ਰਾਪਤ ਹੋ ਗਏ। ਅੱਜ ਬੰਦਾ ਦੁਖੀ ਫਿਰਦਾ ਹੈ, ਇਹਨੂੰ ਕੋਈ ਨਾਮ ਜਪ ਲੈ, ਊਂ ਜੀ ਕਰ ਛੱਡੇਗਾ। ਇਹ ਕਹਿੰਦਾ ਕੋਈ ਬਾਬੇ ਨੇ ਝੁਰਲੂ ਫੇਰ ਲੈਣ, ਚੱਲ ਬਾਈ ਤੂੰ ਸੁਖੀ। ਉਹ ਇਹ ਐਂ ਚਾਹੁੰਦਾ ਵੀ ਸੰਤ ਮਹਾਤਮਾ ਕੋਈ ਝੁਰਲੂ ਫੇਰ ਦੇਣ ਬਸ। ਝੁਰਲੂ ਜਾਣਦੇ ਹੋ ਕੀ ਹੁੰਦਾ? ਮੈਜਿਕ ਰੋਡ। ਤੂੰ ਜਾਦੂਗਰਾਂ ਕੋਲ ਇੱਕ ਕਾਲਾ ਜਿਹਾ ਡੰਡਾ ਵੇਖਿਆ, ਉਹਨੂੰ ਪਿੰਡਾਂ ਕਹਿੰਦੇ ਝੁਰਲੂ। ਉਹ ਖਾਲੀ ਤੁਹਾਨੂੰ ਡੱਬਾ ਵਿਖਾਏਗਾ, ਇੱਕ ਖਾਲੀ ਹੈ, ਮੈਂ ਪੁੱਠਾ ਕਰਕੇ ਵਿਖਾ ਦੇ, ਠੀਕ ਹੈ। ਉਸ 'ਤੇ ਕੱਪੜਾ ਪਾ ਦੇਗਾ, ਉਹਦੇ 'ਤੇ ਕਾਲਾ ਡੰਡਾ ਐਂ ਦੋ ਚਾਰ ਫੇਰੇਗਾ, ਮੂੰਹ ਕੁਛ ਬੋਲੀ ਜਾਏਗਾ, ਤੁਸੀਂ ਵੀ ਮੰਤਰ ਪੜ੍ਹ ਰਿਹਾ। ਉਹਨੂੰ ਕਹਿੰਦਾ ਝੁਰਲੂ ਫੇਰਤਾ। ਫਿਰ ਕੀ ਕਰੇਗਾ? ਢੱਕਣ ਹਵਾ, ਉਹ ਉੱਤੋਂ ਕੱਪੜਾ ਚੱਕੇਗਾ, ਵਿੱਚੋਂ ਕਬੂਤਰ ਉੱਡ ਰਹੇ ਨੇ, ਨਿਕਲ ਰਹੇ ਬਾਹਰ। ਉਹ ਜਿਹੜਾ ਉਹਨਾਂ ਕੋਲ ਮੈਜਿਕ ਰੋਡ ਹੁੰਦਾ ਹੈ, ਜਾਦੂ ਵਾਲਾ ਡੰਡਾ, ਉਹ ਫੇਰਦਾ, ਉਹਨੂੰ ਕਹਿੰਦੇ ਝੁਰਲੂ ਫੇਰਨਾ। ਸੋ ਲੋਕ ਸਾਧੂਆਂ ਕੋਲ ਜਾਂਦੇ, ਕੋਈ ਝੁਰਲੂ ਫੇਰ ਦੇਣਗੇ, ਆਹ ਵਿੱਚੋਂ ਸੁੱਖ ਨਿਕਲ ਆਉਣਗੇ। ਐਂ ਨਹੀਂ ਹੁੰਦਾ। ਦੁੱਖਾਂ ਦਾ ਵੀ ਕਾਰਨ ਹੈ ਅਤੇ ਸੁੱਖਾਂ ਦਾ ਵੀ ਕਾਰਨ। ਦੁੱਖ ਦਾ ਕਾਰਨ ਹੈ ਸਾਡੇ ਭੈੜੇ ਕੰਮ, ਉਹਨਾਂ ਦਾ ਨਤੀਜਾ ਸਾਨੂੰ ਦੁੱਖ ਮਿਲਦਾ ਹੈ। ਜਿਹੜੇ ਅਸੀਂ ਚੰਗੇ ਕੰਮ ਕੀਤੇ ਨੇ, ਉਹਨਾਂ ਦਾ ਨਤੀਜਾ ਸੁੱਖ ਮਿਲਦਾ ਹੈ। ਅਸੀਂ ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਉਹਦਾ ਨਤੀਜਾ ਗਰੀਬੀ ਮਿਲਦਾ ਹੈ। ਅਸੀਂ ਪੁੰਨ ਦਾਨ ਕੀਤਾ ਹੈ, ਉਹਦਾ ਨਤੀਜਾ ਅਮੀਰੀ ਮਿਲਦਾ ਹੈ। ਇੱਥੋਂ ਆਪਣੀ ਕਿਸਮਤ ਦਾ ਅੰਦਾਜ਼ਾ ਲਾ ਲਿਆ ਕਰੋ ਵੀ ਤੁਸੀਂ ਪਿਛਲੇ ਜਨਮ ਕੀ ਰੰਗ ਲਾਏ ਨੇ। ਹੁਣ ਦੀ ਤੁਹਾਡੀ ਕਿਸਮਤ ਤੁਸੀਂ ਦੱਸੇਗੀ ਤੁਹਾਨੂੰ ਕਿ ਤੁਸੀਂ ਪਿਛਲੇ ਜਨਮ 'ਚ ਕੀ ਕਰਦੇ ਰਹੇ ਹੋ, ਜਿਹਦਾ ਨਤੀਜਾ ਤੁਸੀਂ ਭੋਗ ਰਹੇ ਹੋ। ਸੋ ਇਸ ਲਈ ਸ਼ੁਭ ਕਰਮ ਕਰਨੇ ਨੇ। ਸ਼ੁਭ ਕਰਮ ਕਰੋਗੇ, ਡੂ ਗੁੱਡ ਫਾਈਂਡ ਗੁੱਡ, ਬਸ ਕਰ ਭਲਾ ਹੋ ਭਲਾ। ਇੱਥੇ ਤਾਂ ਦੁਨੀਆ ਦੂਜਾ ਬੁਰਾ ਕਰਨ 'ਤੇ ਲੱਗੀ ਹੋਈ। ਕੋਈ ਤਰੱਕੀ ਕਰ ਰਿਹਾ, ਉਹਦੀ ਟੂਣਾ ਕਰ ਦੇਣਗੇ, ਉਹਦਾ ਪੱਠਾ ਬਿਠਾ ਦੇਣਾ। ਹਾਂ ਇਹ ਤਰੱਕੀ ਆਪ ਕਰਨੀ ਨਹੀਂ, ਦੂਜਿਆਂ ਨੂੰ ਕਰਨ ਦੇਣੀ। ਦੂਜੇ ਨੂੰ ਕਰਨ ਸੜੀ ਜਾਣਾ ਹੈ। ਜਿਹੜਾ ਟੂਣੇ ਕਰਦੇ ਸਿਰਫ ਸਾੜੇ ਦਾ ਨਤੀਜਾ ਹੈ, ਸੜਦੇ ਨੇ ਉਹ, ਇਹਦਾ ਪੱਠਾ ਬਿਠਾਓ ਇਹਦਾ। ਸੋ ਗੁਰੂ ਮਹਾਰਾਜ ਕਹਿੰਦੇ ਪ੍ਰਭ ਸਿਮਰਤ ਕੁਸ਼ਲ ਸਭ ਪਾਏ। ਪਰਮਾਤਮਾ ਦਾ ਸਿਮਰਨ ਕੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਘਰ ਬਾਹਰ ਸੁਖ ਸਹਿਜ ਸਬਾਏ, ਚਾਹੇ ਘਰ 'ਚ ਹੈ ਚਾਹੇ ਬਾਹਰ ਹੈ, ਸਹਿ ਸਬਾਏ, ਸਾਰ ਸਬਾਏ ਮੈਨੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਰਹਾਓ ਸੋਈ ਪਛਾਤਾ ਜਿਨਹਿ ਉਪਾਇਆ, ਕਰ ਕਿਰਪਾ ਪ੍ਰਭ ਆਪ ਮਿਲਾਇਆ। ਸਿਮਰਨ ਕਰਦਿਆਂ ਦਾ ਕੀ ਨਤੀਜਾ ਨੇ? ਸੋਈ ਪਛਾਤਾ ਜਿਨਹਿ ਉਪਾਇਆ। ਉਪਾਇਆ ਮੈਨੇ ਪੈਦਾ ਕੀਤਾ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਸ ਨੂੰ ਮਨੁੱਖ ਪਹਿਚਾਣ ਲੈਂਦਾ, ਜਾਣ ਲੈਂਦਾ ਹੈ, ਹੁਣ ਵੇਖ ਲੈਂਦਾ, ਦੇਖ ਕੇ ਪਹਿਚਾਣ ਹੁੰਦੀ ਹੈ ਨਾ। ਪਰਮਾਤਮਾ ਦੇ ਦਰਸ਼ਨ ਕਰ ਲੈਂਦਾ ਉਹ। ਕਰ ਕਿਰਪਾ ਪ੍ਰਭ ਆਪ ਮਿਲਾਇਆ। ਫਿਰ ਪਰਮਾਤਮਾ ਕਿਰਪਾ ਕਰਦਾ, ਉਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆ ਜਾ ਭਾਈ ਸੱਜਣਾ, ਮੇਰੇ ਕੋਲ ਹੀ ਆ ਜਾ, ਤੇਰਾ ਜੰਮਣ ਮਰਨ ਦਾ ਚੱਕਰ ਖਤਮ। ਬਾਂਹ ਪਕੜ ਲੀਨੋ ਕਰ ਆਪਣਾ, ਹਰ ਹਰ ਕਥਾ ਸਦਾ ਜਪ ਜਪਨਾ। ਪਰਮਾਤਮਾ ਨੇ ਉਹਦੀ ਬਾਂਹ ਫੜੀ, ਲੀਨੋ ਕਰ ਆਪਣਾ, ਉਹਨੂੰ ਆਪਣਾ ਬਣਾ ਲਿਆ।
ਬਾਂਹ ਫੜ ਕੇ ਪਰਮਾਤਮਾ ਨੇ ਉਸ ਨੂੰ ਆਪਣਾ ਬਣਾ ਲਿਆ। ਜਦ ਉਹਨੂੰ ਆਪਣਾ ਬਣਾ ਲਿਆ ਫਿਰ ਉਸ ਨੇ ਕਥਾ ਕੀ ਕੀਤੀ, ਉਹਨੇ ਕੀਤਾ ਕਿ ਹਰ ਹਰ ਕਥਾ ਸਦਾ ਜਪ ਜਪਨ। ਉਹ ਸਦਾ ਹੀ ਪਰਮਾਤਮਾ ਦੀ ਵਡਿਆਈ ਕਰਦਾ, ਸਦਾ ਹੀ ਉਸ ਦਾ ਨਾਮ ਜਪਦਾ। ਕਥਾ ਹੁੰਦਾ ਸਿਫਤ ਸਲਾਹ, ਕਥਾ ਮੈਨੇ ਸਿਫਤ ਸਲਾਹ। ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਸਦਾ ਹੀ ਪਰਮਾਤਮਾ ਦਾ ਨਾਮ ਜਪਦਾ, ਵਾਹਿਗੁਰੂ ਵਾਹਿਗੁਰੂ ਕਰਦਾ। ਮੰਤਰ ਤੰਤਰ ਔਖਦ ਪੁਨਹ ਚਾਰ, ਹਰ ਹਰ ਨਾਮ ਜੀ ਪ੍ਰਾਣ ਆਧਾਰ। ਜਿਹੜਾ ਜਿੰਦ ਨਾਲ, ਜਾਨ ਨਾਲ, ਪ੍ਰਾਣਾਂ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ, ਜਿਹੜਾ ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ, ਆਪਣੇ ਪ੍ਰਾਣ ਬਣਾ ਲੈਂਦਾ, ਆਧਾਰ ਬਣਾ ਲੈਂਦਾ ਉਹਨਾਂ ਦਾ। ਮੰਤਰ ਤੰਤਰ ਔਖਦ ਪੁਨਹ ਚਾਰ, ਸਮਝੋ ਉਹਨੇ ਸਾਰੇ ਮੰਤਰ ਪੜ੍ਹ ਲਏ, ਤੰਤਰ ਟੂਣੇ ਉਹਨੇ ਸਾਰੇ ਟੂਣੇ ਕਰ ਲਏ, ਔਖਦ ਉਹਨੇ ਸਾਰੀਆਂ ਦਵਾਈਆਂ ਖਾ ਲਈਆਂ। ਪੁਨਹ ਚਾਰ ਹੁੰਦਾ ਜੋ ਸਾਡੇ ਤੋਂ ਪਾਪ ਹੋ ਗਏ ਹਨ ਉਹਨਾਂ ਨੂੰ ਦੂਰ ਕਰਨ ਲਈ ਜਿਹੜੇ ਯਤਨ ਕੀਤੇ ਜਾਂਦੇ ਨੇ ਧਾਰਮਿਕ, ਉਹਨੂੰ ਕਹਿੰਦੇ ਪੁਨਹ ਚਾਰ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਹਨੂੰ ਆ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੀ ਨਹੀਂ ਪੈਂਦੀ, ਨਾਮ 'ਚ ਹੀ ਸਾਰੀਆਂ ਆ ਜਾਂਦੀਆਂ। ਉਹਨੂੰ ਕਿਸੇ ਤੋਂ ਮੰਤਰ ਲੈਣ ਦੀ ਲੋੜ ਨਹੀਂ। ਤੰਤਰ ਹੁੰਦਾ ਟੂਣਾ, ਉਹਨੂੰ ਕੋਈ ਟੂਣਾ ਕਰਨ ਦੀ ਲੋੜ ਨਹੀਂ, ਉਹਨੂੰ ਕੋਈ ਦਵਾਈਆਂ ਦੀ ਲੋੜ ਨਹੀਂ, ਉਹਨੂੰ ਪੁਨਹ ਚਾਰ ਦੀ ਲੋੜ ਨਹੀਂ, ਕਿਉਂਕਿ ਪਰਮਾਤਮਾ ਦਾ ਨਾਮ ਹੀ ਉਹਦੇ ਸਾਰੇ ਕੰਮ ਕਰਦਾ। ਨਹੀਂ ਤਾਂ ਲੋਕ ਨਾਮ ਜਪਦੇ ਨਹੀਂ, ਬਾਣੀ ਪੜ੍ਹਦੇ ਨਹੀਂ, ਫਿਰੀ ਜਾਂਦਾ, ਕੋਈ ਪੰਡਤਾਂ ਕੋਲੇ ਫਿਰੀ ਜਾਂਦਾ, ਕੋਈ ਕਿਸੇ ਸਾਧ ਕੋਲੇ ਫਿਰੀ ਜਾਂਦਾ। ਹੁਣ ਤੁਸੀਂ ਮੇਰੇ ਕੋਲ ਆਉਣੇ ਹੋ, ਮੇਰੇ ਕੋਲ ਤੁਹਾਨੂੰ ਕੀ ਮਿਲਦਾ? ਬਾਣੀ ਮਿਲਦੀ ਨਾ। ਅਤੇ ਜੇ ਤੁਸੀਂ ਆਪ ਹੀ ਪੜ੍ਹੀ ਜਾਓ ਮੇਰੇ ਕੋਲ ਆਉਣ ਦੀ ਲੋੜ ਹੀ ਨਹੀਂ। ਮੇਰੇ ਕੋਲ ਕੀ ਕਰਨਾ ਫਿਰ ਆ ਕੇ? ਮੇਰੇ ਕੋਲ ਆ ਕੇ ਤੁਹਾਨੂੰ ਬਾਣੀ ਵੀ ਮਿਲਣੀ ਹੈ ਨਾ, ਅਤੇ ਜੇ ਤੁਸੀਂ ਬਾਣੀ ਪੜ੍ਹਦੇ ਮੇਰੇ ਕੋਲ ਆ ਕੇ ਕੀ ਕਰਨਾ? ਤੁਸੀਂ ਆਪ ਹੀ ਸੋਚੋ। ਮੇਰੀ ਤਾਂ ਲੋੜ ਹੀ ਨਹੀਂ ਰਹਿਣੀ ਕੋਈ। ਤੇ ਉਂਝ ਪੜ੍ਹਨਾ ਕੋਈ ਨਹੀਂ, ਤੇ ਬਸ ਨੂੰ ਪੜ੍ਹੇ ਰਹਿਣਾ। ਫਿਰ ਮੇਰੇ ਕੀ ਆਉਣਾ? ਫਿਰ ਮੈਂ ਤੈਨੂੰ ਪਾਠ ਦੇਣਾ, ਕਰਨਾ ਤੇ ਪਾਠ ਹੀ ਪੈਣਾ। ਉਂਝ ਕਰੀ ਜਾਓ ਜਾਂ ਵਕਤ ਨੂੰ ਜੋ ਫੜੇ ਫਿਰ ਕਰ ਲਓ। ਸਿਆਣਪ ਇਹੀ ਹੈ, ਬਜਾਏ ਕਿ ਵਕਤ ਨੂੰ ਫੜੇ ਜਾਣ 'ਤੇ ਅਸੀਂ ਪਾਠ ਕਰੀਏ, ਪਹਿਲੇ ਹੀ ਪਾਠ ਕਰ ਲਈਏ, ਪਹਿਲੇ ਪਾਠ ਕਰ ਲਈਏ ਤਾਂ ਜੋ ਵਕਤ ਆਵੇ ਹੀ ਨਾ, ਮੁਸੀਬਤ ਆਵੇ ਹੀ ਨਾ। ਸ਼ਾਇਦ ਕੋਈ ਸਮਝ ਆ ਰਹੀ ਹੋਵੇਗੀ, ਬਾਕੀ ਤੁਹਾਡੀ ਮਰਜ਼ੀ ਹੈ। ਮੇਰੀ ਤਾਂ ਦੁਕਾਨ ਖੁੱਲ੍ਹੀ ਹੈ, ਜਦੋਂ 4 ਤੋਂ 5 ਆ ਜਾਇਆ ਕਰੋ। ਅਸੀਂ ਤਾਂ ਆਪਣੀ ਦੁਕਾਨ 4 ਵਜੇ ਖੋਲ੍ਹ ਲੈਣੇ, 5 ਵਜੇ ਬੰਦ ਕਰ ਦੇਣਾ। ਸਤਿ ਸ਼੍ਰੀ ਅਕਾਲ ਜੀ, ਕੱਲ੍ਹ ਨੂੰ ਆਇਓ। ਕਿਉਂ ਫਿਰ ਕੁਝ ਟੈਲੀਫੋਨ 'ਤੇ ਪੁੱਛਦੇ ਨੇ ਦੂਰ ਵਾਲੇ, ਉਹਨਾਂ ਨੂੰ ਫਿਰ 5 ਵਜੇ ਤੋਂ ਬਾਅਦ ਉਹਨਾਂ ਦੇ ਮਿਸਡ ਕਾਲਾਂ ਜਿਹੜੀਆਂ ਆਈਆਂ ਹੁੰਦੀਆਂ, ਫਿਰ ਉਹਨਾਂ ਦਾ ਜਵਾਬ ਦਿੰਦਾ ਰਹਿਣਾ 5:30 ਵਜੇ ਤੱਕ। ਜਿਹਨੇ ਦਿੱਤੇ ਗਏ ਜਵਾਬ ਦਿੱਤੇ ਗਏ, ਸਤਿ ਸ਼੍ਰੀ ਬਾਕੀ ਸਤਿ ਸ਼੍ਰੀ ਅਕਾਲ। ਫਿਰ ਉੱਪਰ ਵੀ ਆਉਣਾ ਹੁੰਦਾ, ਤਿਆਰੀ ਵੀ ਕਰਨੀ ਹੁੰਦੀ। ਸਾਚਾ ਧਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੈ ਸੰਗ। ਸਾਚਾ ਧਨ, ਨਾਮ ਧਨ ਨੂੰ ਕਹਿੰਦੇ। ਆ ਦੂਜਾ ਧਨ ਤੇ ਇੱਥੇ ਹੀ ਰਹਿ ਜਾਣਾ। ਸਾਚਾ ਧਨ ਦਾ ਮਤਲਬ ਸਦਾ ਰਹਿਣ ਵਾਲਾ ਧਨ, ਜਿਹੜਾ ਲੋਕ ਪਰਲੋਕ ਦੇ ਵਿੱਚ ਤੁਹਾਡੇ ਨਾਲ ਰਹੇਗਾ, ਉਹ ਹੈ ਸਾਚਾ ਧਨ, ਉਹ ਹੈ ਨਾਮ ਧਨ। ਸਾਚਾ ਧਨ ਪਾਇਓ ਹਰ ਰੰਗ, ਰੰਗ ਹੁੰਦਾ ਪਿਆਰ, ਪਰਮਾਤਮਾ ਨੂੰ ਪਿਆਰ ਕਰਕੇ ਸਦਾ ਰਹਿਣ ਵਾਲਾ ਨਾਮ ਧਨ ਪ੍ਰਾਪਤ ਹੁੰਦਾ। ਆ ਸੰਸਾਰਕ ਧਨ ਤੇ ਮਿਲ ਹੀ ਜਾਣਾ। ਨਾਮ ਜਪਣ ਵਾਲਾ ਗਰੀਬ ਨਹੀਂ ਰਿਹਾ ਕਰਦਾ, ਖਿਆਲ ਰੱਖਣਾ। ਗਰੀਬ ਆ ਜਾਂਦੇ ਨੇ ਜੀ, ਫਿਰ ਉਸ ਨੂੰ ਬਾਣੀ ਦੇ ਕਰ ਪਾਠ, ਤੇਰੀ ਗਰੀਬੀ ਦੂਰ ਹੋਵੇ। ਅਤੇ ਜੇ ਤੁਸੀਂ ਪਹਿਲਾਂ ਹੀ ਪਾਠ ਕਰਦੇ ਹੋ, ਪਹਿਲੇ ਨਾਮ ਜੇ, ਫਿਰ ਤੁਸੀਂ ਕਿਉਂ ਗਰੀਬ ਹੋਵੋਗੇ? ਤੁਸੀਂ ਗਰੀਬ ਹੋ, ਤੁਹਾਡਾ ਕੰਮ ਨਹੀਂ ਚੱਲ ਰਿਹਾ ਜੀ, ਦੁਕਾਨਦਾਰੀ ਚੱਲਦੀ ਨਹੀਂ ਹੈ ਜੀ, ਫਿਰ ਅਸੀਂ ਉਹਨੂੰ ਪਾੜਦੇ ਨੇ ਕਰ ਚਲੀਹਾ। ਉਹ ਫਸਿਆ ਹੋਇਆ ਤੇ ਕਰਦਾ, ਉਂਝ ਨਹੀਂ ਕਰਦਾ। ਉਂਝ ਕਹੋ ਹੁਣ ਬੰਦ ਕਰ ਦਈਏ ਜੀ। ਜਿਵੇਂ ਮੈਂ ਬੈਠਾ ਮਹਾਂਪੁਰਖਾਂ ਕੋਲੇ, ਇੱਕ ਲੜਕਾ ਆ ਗਿਆ, ਜੇ ਮੇਰਾ ਇੱਕ ਕੰਮ ਹੋ ਜਾਏ, ਮਹਾਂਪੁਰਖਾਂ ਰੋਜ਼ ਇੱਕ ਸੁਖਨੀ ਸਦਾ ਪਾਠ ਕਰਿਆ ਕਰ। 21 ਦਿਨ ਸੰਤ ਸੀਤਲ ਸਿੰਘ ਜੀ ਕੋਲ ਮੈਂ ਬੈਠਾ ਸੀ। ਚਲੋ ਜੀ, ਬਾਈ ਚਾਂਸ 22ਵੇਂ ਦਿਨ ਉਹ ਆ ਰਿਹਾ ਡੱਬਾ ਲੈ ਕੇ, ਅਤੇ ਮੈਂ ਉਹਨਾਂ ਮਹਾਂਪੁਰਖਾਂ ਕੋਲ ਹੀ ਬੈਠਾ।
ਮੈਂ ਬਾਬਾ ਜੀ ਉਹਦਾ ਕੰਮ ਹੋ ਗਿਆ, ਆ ਰਹੇ ਉਹਦੇ ਵਾਲਾ ਉਹ ਕਹਿੰਦਾ ਬਾਬਾ ਜੀ ਤੁਹਾਡਾ ਬੜਾ ਧੰਨਵਾਦ ਹੈ, ਮੇਰਾ ਕੰਮ ਹੋ ਗਿਆ। ਕਹਿੰਦੇ ਭਾਈ ਫਿਰ ਰੋਜ਼ ਕਰਦਾ ਰਿਹਾ ਕਰ ਇੱਕ ਸੁਖਮਨੀ ਸਾਹਿਬ ਦਾ ਪਾਠ। ਕਹਿੰਦਾ ਅਜੇ ਕਰੀਓ ਹੀ ਜਾਣਾ ਜੀ। ਮਹਾਂਪੁਰਖ ਨਾ ਹੱਸ ਪਏ, ਕਹਿੰਦੇ ਭਿੰਡਰ ਸਾਹਿਬ ਦੇਖੋ ਪਾਠ ਕਰਨਾ ਕਿੰਨਾ ਔਖਾ ਲੱਗਦਾ, ਇਹਨੇ ਤਾਂ ਸ਼ੁਕਰ ਕੀਤਾ ਕਿ 21 ਦਿਨ ਲੰਘ ਗਏ ਨੇ। ਸਭ ਤੋਂ ਔਖਾ ਕੰਮ ਸੰਸਾਰ 'ਚ ਭਜਨ ਬੰਦਗੀ ਕਰਨਾ। ਬਸ ਮੈਂ ਤਾਂ ਇਸ ਨਤੀਜੇ 'ਤੇ ਬਾਣੀ ਆਪ ਕਹਿੰਦੀ ਹੈ ਆਖਣ ਔਖਾ ਸਾਚਾ ਨਾਮ। ਇਹ ਨਾਮ ਜਪਣਾ ਸਭ ਤੋਂ ਔਖਾ ਕੰਮ ਹੈ। ਅਤੇ ਜਿਹੜੇ ਨਾਮ ਜਪਦੇ ਵੱਡੇ ਭਾਗਾਂ ਵਾਲੇ ਨੇ, ਔਖੇ ਕੰਮ ਨੂੰ ਕਰ ਰਹੇ ਨੇ। ਔਖਾ ਕੰਮ ਕਰਨ ਤੋਂ ਬਾਅਦ ਜੋ ਕਾਮਯਾਬੀ ਮਿਲਦੀ, ਫਿਰ ਕਾਮਯਾਬੀ ਬੜੀ ਵੱਡੀ ਮਿਲਦੀ ਹੈ। ਹੁਣ 10ਵੀਂ ਜਮਾਤ ਹੈ, ਮਾਈ ਬੈਸਟ ਫਰੈਂਡ ਦੇ ਲੇਖ ਆ ਗਏ, ਸਾਰੇ ਲਿਖ ਦੇਣਗੇ। ਉੱਥੇ ਕਹ ਗਏ ਏਮ ਆਫ ਮਾਈ ਲਾਈਫ, ਇਹ ਲਿਖੋ, ਉਹ ਕੋਈ ਲਿਖੂ। ਕਿਉਂ ਔਖਾ ਹੈ? ਔਖਾ। ਉਹ ਟੀਚਰ ਨਾ ਉਹਨੂੰ ਪਤਾ ਮਾਈ ਬਸ 10 7 ਦੇਈ ਜਾਏਗਾ ਨੰਬਰ ਬਿਨਾਂ ਪੜ੍ਹੇ ਵੀ ਆਉਂਦੇ 10ਵੀਂ ਵਾਲਿਆਂ ਨੂੰ। ਏਮ ਆਫ ਮਾਈ ਲਾਈਫ ਲਿਖਿਆ ਹੈ, ਉਹ ਪੜੂਗਾ ਉਸ ਨੂੰ ਵੀ ਇਹਨੇ ਕੀ ਲਿਖਿਆ, ਕੀ ਇਹਦਾ ਏਮ ਹੈ, ਕੀ ਲਿਖਿਆ। ਉਹ ਚਲੋ ਫਿਰ ਵੱਧ ਨੰਬਰ ਦੇ ਗਏ ਨੇ। ਔਖਾ ਕੰਮ ਕੀਤਾ, ਸੌਖਾ ਤਾਂ ਸਾਰੇ ਕਰ ਲਈਦੇ। ਇਹੀ ਔਖਾ ਹੈ। ਔਖਾ ਲੱਗਿਆ ਉਹਨੂੰ, ਹਾਲਾਂਕਿ ਉਹਨੂੰ ਲਾਭ ਹੋ ਗਿਆ, ਉਹਦਾ ਕੰਮ ਹੋ ਗਿਆ 21 ਦਿਨ ਸੁਖਮਨੀ ਸਾਹਿਬ ਪਾਠ ਕਰਕੇ। ਫਿਰ ਵੀ ਕਹਿੰਦਾ ਜੀ ਅਜੇ ਕਰੀਓ ਹੀ ਜਾਣਾ ਜੀ। ਹਾਸਾ ਦੇ ਫਿਰ ਮਹਾਂਪੁਰਖ ਕਹਿੰਦੇ ਭਿੰਡਰ ਸਾਹਿਬ ਦੇਖੋ ਇਹ ਮੈਂ ਜੀ ਭਜਨ ਗੁਰੂ ਮਹਾਰਾਜ ਆਪ ਕਹਿੰਦੇ ਆਖਣ ਔਖਾ ਸਾਚਾ ਨਾਮ। ਇਹ ਬੜਾ ਔਖਾ ਹੈ। ਇਹ ਤਾਂ ਵੱਡੇ ਭਾਗ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਫਿਰ ਜੀ ਕਰਦਾ ਨਾਮ ਜਪਣ ਨੂੰ, ਬਾਣੀ ਪੜ੍ਹਨ। ਜਦੋਂ ਫਿਰ ਜੀ ਲੱਗ ਜਾਏ ਨਾ ਕਰਨ, ਬਸ ਫਿਰ ਤੁਹਾਡੇ ਭਾਗ ਜਾ ਪਏ ਨੇ। ਅੱਜ ਕੁਝ ਕੱਲ੍ਹ ਕੁਝ, ਤੁਸੀਂ ਤਰੱਕੀ ਕਰਦੇ ਹੀ ਜਾਣਾ। ਬਸ ਜਿਸ ਪਾਸੇ ਵੀ ਲੱਗੇ ਹੋ ਉਸੇ ਪਾਸੇ ਤੁਹਾਡੀ ਤਰੱਕੀ ਹੋਈ ਜਾਣੀ। ਚਾਹੇ ਧਨ ਕਮਾਉਣ 'ਤੇ ਲੱਗ ਗਏ, ਪਾਠ ਕਰੋ ਧਨ ਕਮਾਉਣ ਲਈ, ਕਰੀ ਚੱਲੋ, ਆਮਦਨ ਵੱਧਦੀ ਜਾਏਗੀ। ਮੈਂ ਨਾ 1 ਮਹੀਨਾ ਹੋ ਗਿਆ ਮੈਨੂੰ ਤਜਰਬਾ ਕਰਦਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਬੁੱਧ। ਹਾਲਾਂਕਿ ਮੈਨੂੰ ਮਾਇਆ ਦੀ ਲੋੜ ਨਹੀਂ, ਦਾਤੇ ਨੇ ਬਹੁਤ ਦਿੱਤੀ ਹੈ, ਸੱਚੀ ਗੱਲ ਐਵੇਂ ਮੈਂ ਕਹਾਂ, ਪਰ ਮੈਂ ਸਿਰਫ ਤਜਰਬਾ ਕਰਨਾ ਸੀ ਵੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤੁਸੀਂ ਹੈਰਾਨ ਹੋ ਗਏ, ਅੱਜ ਇੱਕ ਬੰਦੇ ਨੇ ਫੌਰਨ ਕੰਟਰੀ ਵਿੱਚ ਥੱਬਾ ਸਾਰੇ ਪੈਸੇ ਭੇਜੇ। ਮੈਂ ਉਹਨੂੰ ਫਿਰ ਉਹਦਾ ਟੈਲੀਫੋਨ ਕੁਝ ਦੇਰ ਬਾਅਦ ਆ ਗਿਆ, ਕਹਿੰਦੇ ਬਾਬਾ ਜੀ ਮੈਸੇਜ ਆ ਗਿਆ। ਮੈਂ ਹਾਂ ਹੁਣੇ ਹੀ ਆਇਆ। ਮੈਂ ਇਹ ਤੂੰ ਪੈਸੇ ਕਾਹਦੇ ਲਈ ਭੇਜੇ ਨੇ? ਮੈਂ ਸ਼ਾਇਦ ਕੋਈ ਪਾਠ ਕਰਾਉਣਾ, ਵੀ ਬਹੁਤ ਸਾਰੇ ਨਾ ਪਾਠ ਲਈ ਭੇਜਦੇ ਨੇ, ਸਾਡਾ ਪਾਠ ਕਰ ਦਿਓ ਜੀ, 1 ਸਾਲ ਕਰ ਦਿਓ, ਹਰ ਹਫ਼ਤੇ, ਕੋਈ ਕਹਿੰਦਾ ਹਰ ਮਹੀਨੇ ਕਰ ਦਿਓ, ਪੈਸੇ ਭੇਜਦੇ ਨੇ। ਮੈਂ ਵੀ ਇਹ ਕਾਹਦੇ ਭੇਜੇ ਨੇ? ਕਹਾ ਜੀ ਤੁਸੀਂ ਸਾਡੇ ਬੜੇ ਕੰਮ ਕੀਤੇ ਨੇ, ਮੈਂ ਖੁਸ਼ੀ ਵਜੋਂ ਭੇਜ ਰਿਹਾ। ਮੈਂ ਭਰਾਵਾ ਮੈਨੂੰ ਨਹੀਂ ਲੋੜ ਹੈ ਮਾਇਆ ਦੀ, ਦਾਤੇ ਨੇ ਬਹੁਤ ਦਿੱਤਾ। ਰਿਟਾਇਰ ਮੈਂ ਹੋ ਗਿਆ, 44,000 ਰੁਪਇਆ ਮੈਨੂੰ ਪੈਨਸ਼ਨ ਮਿਲਦੀ ਹੈ, 16,000 ਰੁਪਇਆ ਮਹੀਨਾ ਮੈਨੂੰ ਜਿਹੜਾ ਹੈ ਇੰਟਰਸਟ ਮਿਲਦਾ ਹੈ, 60,000 ਰੁਪਇਆ ਮਹੀਨਾ ਮੈਨੂੰ ਮਿਲਦਾ। ਇਕੱਲਾ ਮੈਂ ਬੰਦਾ, ਰੋਟੀ ਸੰਗਤ ਮੈਨੂੰ ਖਵਾਉਂਦੀ, ਕੱਪੜੇ ਸੰਗਤ ਮੈਨੂੰ ਦਿੰਦੀ ਹੈ। ਜਿਹੜਾ ਦੁੱਧ ਹੈ ਉਹ ਇੱਕ ਮੁੰਡਾ ਉਹ ਧੱਕੇ ਨਾਲ ਦੇਈਦਾ ਮੁਫਤ, ਅਤੇ ਮੈਂ ਤਾਂ ਆਹ ਬਿਜਲੀ ਦਾ ਬਿੱਲ ਭਰਨਾ ਹੁੰਦਾ ਜਾਂ ਵੀ ਚਾਹ ਪੱਤੀ ਦਾ ਖਰਚਾ ਦੇਣਾ ਹੁੰਦਾ ਹੈ। ਕਰਨਾ ਜੀ ਬਸ ਮੈਂ ਭੇਜਤਾ, ਮੇਰੇ ਜੋ ਮਰਜ਼ੀ ਕਰੋ। ਮੈਂ ਅੱਜ ਉਹ ਪਾਠ ਬੰਦ ਕਰਤਾ, ਬਸ ਮੈਂ ਤਜਰਬਾ ਹੀ ਕਰਨਾ ਸੀ, ਮੈਨੂੰ ਮਾਇਆ ਦੀ ਲੋੜ ਨਹੀਂ, ਮੈਂ ਕਰਨੀ ਥੱਬੇ ਇਕੱਠੇ ਕਰਕੇ। ਮੈਂ ਤਾਂ ਤੁਹਾਨੂੰ ਸਾਂਝਾ ਕੀਤਾ, ਜੇ 1 ਮਹੀਨੇ ਕੀਤਾ, ਮੈਂ ਸਿਰਫ ਤਜਰਬਾ ਕਰਨ ਲਈ ਵੀ, ਹਾਲਾਂਕਿ ਮੈਂ ਲੋੜ ਨਹੀਂ ਸੀ, ਸਿਰਫ ਮੈਂ ਤਜਰਬਾ ਕਰਨ ਲਈ ਵੀ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ 2 ਲਾਈਨਾਂ ਦਾ ਜਾਪ ਕਰਿਆ ਕਰੋ, ਤੁਹਾਨੂੰ ਦੋਨੋਂ ਚੀਜ਼ਾਂ ਮਿਲ ਜਾਣਗੀਆਂ, ਨਾਲੇ ਮਾਇਆ ਵੀ ਨਾਲੇ ਰੱਬ ਵੀ ਮਿਲੇਗਾ। ਪਹਿਲੀ ਲਾਈਨ ਜੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ। ਇਹਦਾ ਸੰਬੰਧ ਧਨ ਦੌਲਤ ਨਾਲ ਹੁੰਦਾ, ਆਤਮਿਕ ਸ਼ਕਤੀਆਂ ਨਾਲ ਹੁੰਦਾ। ਦੂਜੀ ਲਾਈਨ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਤੁਹਾਨੂੰ ਪਰਮਾਤਮਾ ਦੀ ਰੱਬੀ ਮੱਤ ਬ੍ਰਹਮ ਮੱਤ ਪੈਦਾ ਹੋ ਜਾਏਗੀ, ਤੁਹਾਨੂੰ ਰੱਬ ਦਾ ਗਿਆਨ ਹੋ ਜਾਏਗਾ। ਇਹ 2 ਲਾਈਨਾਂ 'ਚ ਇੰਨੀ ਤਾਕਤ ਹੈ। ਮੈਂ ਸਿਰਫ ਤਜਰਬਾ ਕਰਨਾ ਸੀ। ਹਾਲਾਂਕਿ ਜੇ ਸ਼ੁਰੂ ਕੀਤਾ ਮੈਨੂੰ ਸੀ ਵੀ ਮੈਨੂੰ ਮਾਇਆ ਦੀ ਲੋੜ ਨਹੀਂ ਹੈ, ਪਰ ਮੈਂ ਸਿਰਫ ਇਹ ਦੇਖਣਾ ਸੀ ਵੀ ਮੈਂ ਲੋਕਾਂ ਨੂੰ ਕਹਿਣਾ ਪਹਿਲਾਂ ਆਪ ਕਰਕੇ ਦੇਖਾਂ ਤਜਰਬਾ।
ਤਾਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਮੈਂ ਕੀਤੇ ਹੀ 1 ਮਹੀਨੇ ਕੁੱਲ। ਹਾਂ ਕੀਤਾ ਮੈਂ ਕਈ ਘੰਟੇ ਮੈਂ ਕਹਾਂ ਕਿਉਂ ਸੈਰ ਕਰਦਾ ਲੇਟਿਆ ਹੋਇਆ ਮੈਂ ਜਾਪ ਕਰੀ ਗਿਆ 2 ਲਾਈਨਾਂ ਦਾ। ਹੁਣ ਮੈਂ 1 ਲਾਈਨ ਛੱਡਤੀ ਅੱਜ, ਸਿਰਫ ਪਿਛਲੀ ਲਾਈਨ ਰੱਖ ਲਈ ਹੈ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਵੀ ਪਹਿਲੀ ਤਾਂ ਹੁਣ ਮੈਨੂੰ ਲੋੜ ਨਹੀਂ ਹੈਗੀ, ਜੇ ਕਿਤੇ 2-4 ਸਾਲਾਂ ਨੂੰ ਪਈ ਲੋੜ ਫਿਰ ਮਹੀਨਾ ਕਰ ਲਾਂਗੇ, ਫਿਰ ਕੋਈ ਭੇਜ ਦੇਗਾ। ਤਾਂ ਮੈਂ ਕਹਿਣਾ ਕਿ ਆਪਾਂ ਨੂੰ ਇਸ ਤਰ੍ਹਾਂ ਜਿਹੜਾ ਦੁਖੀ ਹੋ ਕੇ ਮਰਨ ਦੀ ਲੋੜ ਨਹੀਂ, ਗਰੀਬੀ 'ਚ ਰਹਿਣ ਦੀ ਲੋੜ ਨਹੀਂ, ਸਭ ਕੁਝ ਹੋ ਸਕਦਾ ਹੈ। ਬਾਣੀ ਇੰਨੀ ਸ਼ਕਤੀਸ਼ਾਲੀ ਹੈ, ਸਿਰਫ ਇਹ ਦੱਸਣ ਲਈ ਮੈਂ ਤੁਹਾਡੇ ਸਾਂਝ ਕੀਤੀ ਹੈ। ਬਾਣੀ 'ਚ ਬਹੁਤ ਜ਼ਿਆਦਾ ਤਾਕਤ ਹੈ। ਜਿਹੜੇ ਨਹੀਂ ਸਨ ਕਦੇ ਬਾਣੀ ਪੜ੍ਹਦੇ, ਜਦੋਂ ਪੜ੍ਹ ਕੇ ਬਾਬਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ 'ਚ ਇੰਨੀ ਤਾਕਤ ਹੈ। ਮੈਂ ਲੱਗੇ ਰੋਕੇ ਤਾਂ ਹੁਣ ਨਹੀਂ ਅਸੀਂ ਹਟਦੇ ਜੀ, ਹੁਣ ਤਾਂ ਅਸੀਂ ਲੱਗੇ ਰਹਿਣਾ ਹੈ। ਜਿਹਦਾ ਫਾਇਦਾ ਉਹਨੂੰ ਕਿਉਂ ਛੱਡਣ ਦੀ ਕੀ ਲੋੜ ਹੈ। ਸਭ ਜਿੰਨੇ 10-12 ਸੇ ਬਾਹਰ ਲੈ ਜਾਣ ਸੱਟ ਕਰਦੇ ਹਨ। ਫਿਕਰ ਨਾ ਕਰੋ, ਬਾਣੀ ਪੜ੍ਹੋ ਤੁਸੀਂ, ਅਸੀਂ ਤਾਂ ਤੁਹਾਨੂੰ ਬਾਣੀ ਦੇਣੀ ਹੈ। ਸਿਰਫ ਇੰਨੇ ਵੀ ਅਸੀਂ ਗੁਰੂ ਮਹਾਰਾਜ ਪੁੱਛਣੇ ਵੀ ਕਿਹੜੀ ਬਾਣੀ ਦੇਣੀ ਹੈ, ਬਸ ਇੰਨਾ ਹੀ। ਜਿਵੇਂ ਜਿਹੜਾ ਹੈ ਡਾਕਟਰ ਨੂੰ ਪਤਾ ਹੈ ਮਰੀਜ਼ ਨੂੰ ਦਵਾਈ ਠੀਕ ਕਰਦੀ ਹੈ, ਡਾਕਟਰ ਨਹੀਂ ਠੀਕ ਕਰਦਾ। ਡਾਕਟਰ ਹੈ ਤੇ ਦਵਾਈ ਨਹੀਂ ਹੈ। ਜਿਵੇਂ ਮੰਨ ਲਓ ਤੀਜੀ ਲਹਿਰ ਕਰੋਨਾ ਦੀ ਸ਼ੁਰੂ ਹੋ ਜਾਂਦੀ ਹੈ, ਸਰਕਾਰ ਕੋਲ ਟੀਕੇ ਹੀ ਨਹੀਂ ਹੈਗੇ। ਬੰਦਾ ਜਾਂਦਾ ਹਸਪਤਾਲ ਆਪਣੇ ਬੱਚੇ ਨੂੰ ਲੈ ਕੇ ਵੀ ਇਹ ਟੀਕ, ਉਹ ਕਿਸੇ ਕੋਲ ਹੈ ਹੀ ਨਹੀਂ। ਫਿਰ ਕਿਆ ਹੈ, ਹੁਣ ਵੀ ਨਹੀਂ ਹੈ। ਤਾਂ ਕਹਿੰਦੇ 3 ਮਹੀਨੇ ਬਾਅਦ ਆਇਓ। ਹੈ 28 ਦਿਨਾਂ ਦਾ ਹੀ, ਪਹਿਲਾਂ 28 ਦਿਨਾਂ ਬਾਅਦ ਇਹੀ ਟੀਕਾ ਲਾਉਂਦੇ। ਮੇਰੇ 28 ਦਿਨਾਂ ਬਾਅਦ ਲੱਗ ਗਿਆ, ਅਪ੍ਰੈਲ ਦੋਨੋਂ ਮੈਂ ਲਵਾ ਲਏ ਸਨ। ਮਗਰ ਜੋ ਮੁੱਗੇ 3 ਮਹੀਨਿਆਂ ਨੂੰ ਆਏ, ਸ਼ਾਇਦ ਉਹਨੇ ਚਿਰ ਪ੍ਰਬੰਧ ਹੋ ਜਾਏਗਾ। ਉਹ 100 ਟੀਕਾ ਹੁੰਦਾ, 500 ਤੇ ਗਏ ਹੁੰਦੇ ਲਵਾਉਣ। ਪਹਿਲਾਂ ਲੋਕ ਜਾਗਰਤ ਨਹੀਂ ਸਨ, ਹੁਣ ਹੌਲੀ ਹੌਲੀ ਲੋਕ ਜਾਗਰਤ ਹੋ ਗਏ। ਹੁਣ ਸਰਕਾਰ ਕੋਲ ਟੀਕੇ ਕੋਈ ਨਹੀਂ ਹੈਗੇ। ਸੋ ਦਵਾਈ ਤਾਂ ਹੋਣੀ ਚਾਹੀਦੀ ਹੈ ਨਾ, ਮਰੀਜ਼ ਜਾਵੇ ਨਾ ਜਾਵੇ ਹਸਪਤਾਲ, ਦਵਾਈ ਹੋਣੀ ਚਾਹੀਦੀ ਵੀ ਆ ਜਾਓ ਭਾਈ ਜਿਹੜਾ ਆ ਗਿਆ ਲਿਓ ਤੁਹਾਨੂੰ ਠੀਕ ਕਰੀ। ਸਾਡੇ ਕੋਲ ਸਿਰਫ ਡਾਕਟਰ ਨੇ ਦਵਾਈ ਦੇਣੀ ਹੁੰਦੀ ਹੈ, ਦੱਸਣੇ ਤੂੰ ਜਿਹੜੀ ਤੇਰੀ ਬਿਮਾਰੀ ਹੈ ਤੂੰ ਇਸ ਦਵਾਈ ਨਾਲ ਠੀਕ ਹੋਵੇਂਗਾ। ਡਾਕਟਰ ਦਾ ਬਸ ਇੰਨਾ ਕੰਮ। ਬਾਕੀ ਮਰੀਜ਼ ਜਾ ਕੇ ਕਮਿਸ਼ਨ ਤੋਂ ਦਵਾਈ ਲੈ ਲੈਂਦਾ, ਠੀਕ ਹੋ ਜਾਂਦਾ। ਸਾਡਾ ਕੰਮ ਸਿਰ ਡਾਕਟਰ ਵਾਲਾ ਕਿ ਭਰਾਵਾ ਤੂੰ ਆਹ ਪਾਠ ਕਰ, ਇਸ ਪਾਠ ਨਾਲ ਤੇਰਾ ਕੰਮ ਹੋਵੇਗਾ। ਬਸ ਮੇਰੀ ਤਾਂ ਇੰਨੀ ਡਿਊਟੀ ਹੈ। ਕੰਮ ਤੇ ਬਾਣੀ ਨੇ ਕਰਨਾ, ਕੰਮ ਤੇ ਗੁਰੂ ਨੇ ਕਰਨਾ। ਸਾਡਾ ਸਿੱਖ ਬਾਣੀ ਗੁਰੂ ਹੈ, ਕੰਮ ਤੇ ਗੁਰੂ ਨੇ ਸਵਾਰਨਾ ਹੈ। ਅਸੀਂ ਤਾਂ ਸਿਰਫ ਦੱਸਣਾ ਹੈ ਕਿ ਭਾਈ ਤੂੰ ਆਹ ਬਾਣੀ ਪੜ੍ਹ। ਬਾਣੀ ਸਾਰੀ ਹੀ ਲਾਭਦਾਇਕ ਹੈ। ਦੇਖੋ ਕੈਮਿਸਟ ਕੋਲੇ ਜਿੰਨੀਆਂ ਵੀ ਦਵਾਈਆਂ ਪਈਆਂ ਹੁੰਦੀਆਂ ਸਾਰੀਆਂ ਲਾਭਦਾਇਕ ਹੁੰਦੀਆਂ, ਪਰ ਆਪਾਂ ਉਹ ਚੱਕ ਕੇ ਆਪਣੀ ਮਰਜ਼ੀ ਨਾਲ ਹੀ ਖਾਂਦੇ। ਪਰ ਬਾਣੀ ਨੂੰ ਤੁਸੀਂ ਆਪਣੀ ਮਰਜ਼ੀ ਜਿੱਥੋਂ ਮਰਜ਼ੀ ਪੜ੍ਹੋ, ਲਾਭਦਾਇਕ ਹੈ। ਇਹ ਕੈਮਿਸਟ ਦੀਆਂ ਗੋਲੀਆਂ ਨਹੀਂ ਹੈਗੀਆਂ ਜੇ ਉਲਟ ਸੁਲਟ ਖਾਧੀਆਂ ਨੁਕਸਾਨ ਕਰਨਗੇ, ਨਹੀਂ। ਬਾਣੀ ਦਾ ਲਾਭ ਹੀ ਲਾਭ ਦੇਣਾ ਹੈ। ਪਰ ਕਈ ਵਾਰੀ ਖਾਸ ਸਮੱਸਿਆ ਲਈ ਖਾਸ ਪ੍ਰਕਾਰ ਦੀ ਬਾਣੀ ਸਾਨੂੰ ਪੜ੍ਹਨੀ ਪੈਂਦੀ ਹੈ, ਬਸ ਇਸ ਕਰਕੇ। ਇਸ ਲਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਫਿਰ ਹੌਲੀ ਹੌਲੀ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਰਹਿਣੀ। ਫਿਰ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਰਹਿਣੀ, ਤੁਹਾਨੂੰ ਆਪੇ ਹੀ ਗਿਆਨ ਹੋ ਜਾਏਗਾ ਵੀ ਮੇਰਾ ਫਲਾਣਾ ਕੰਮ ਇਸ ਬਾਣੀ ਨਾਲ ਹੋਇਆ ਸੀ, ਮੇਰਾ ਫਲਾਣਾ ਕੰਮ ਇਸ ਬਾਣੀ ਨਾਲ ਹੋਇਆ ਸੀ, ਮੇਰਾ ਫਲਾਣਾ ਕੰਮ ਇਸ ਬਾਣੀ ਨਾਲ ਹੋਇਆ ਸੀ। ਹੁਣ ਵੀ ਮੈਨੂੰ ਆਹੀ ਕੰਮ ਪੈ ਗਿਆ, ਉਸੇ ਬਾਣੀ ਨਾਲ ਹੋ ਜਾਏਗਾ, ਠੀਕ ਹੈ। ਆਪੇ ਫਿਰ ਲੱਗ ਜਾਓਗੇ, ਆਪੇ ਲੱਗ ਜਾਓਗੇ। ਫਿਰ ਮੇਰੇ ਕੋਲ ਤੁਹਾਨੂੰ ਗੇੜੇ ਮਾਰਨ ਦੀ ਲੋੜ ਨਹੀਂ ਪਏਗੀ। ਵੈਸੇ ਮੇਰੇ ਦਰਵਾਜ਼ੇ ਸੰਗਤ ਲਈ ਖੁੱਲ੍ਹੇ ਨੇ, ਠੀਕ, ਉਹ ਕੋਈ ਗੱਲ ਨਹੀਂ ਹੈਗੀ। ਐਮਰਜੈਂਸੀ 'ਚ ਮੈਨੂੰ ਕਈ ਵਾਰ ਰਾਤ ਨੂੰ ਵੀ ਅਰਦਾਸ ਕਰਨੀ ਪੈਂਦੀ ਹੈ, ਵੇਲੇ ਕਵੇਲੇ ਵੀ ਕਰਨੀ ਪੈਂਦੀ ਹੈ। ਬੰਦੇ ਦਾ ਐਕਸੀਡੈਂਟ ਹੋ ਗਿਆ, ਉਹਨੂੰ ਹਸਪਤਾਲ ਦਾਖਲ ਕਰਾਇਆ ਹੋਇਆ, ਅਲੱਗ ਕਹਿ ਜੀ ਕਿਹੜੇ ਹਸਪਤਾਲ ਦਾਖਲ ਕਰਾਈਏ, ਉਹਨੂੰ ਫਿਰ ਦੱਸਣਾ ਵੀ ਇਸ 'ਚ ਭਲਾ ਹੁੰਦਾ। ਕੋਈ ਗੱਲ ਨਹੀਂ ਭਾਈ, ਚਾਹੇ ਮੈਂ ਸੁੱਤਾ ਹੋਇਆ ਤਾਂ ਵੀ ਐਮਰਜੈਂਸੀ 'ਚ ਮੈਨੂੰ ਜਗਾ ਲੈਣ, ਕੋਈ ਗੱਲ ਨਹੀਂ ਹੈਗੀ। ਇਹ ਨਹੀਂ ਹੈ ਜੀ ਹਾਂ ਜੀ ਸਾਡੇ ਮੁੰਡੇ ਨੇ ਅਮਰੀਕਾ ਜਾਣਾ ਜੀ ਅਤੇ ਉਹਦੇ ਲਈ ਤੁਸੀਂ ਮੈਨੂੰ ਜਗਾਉਂਦੇ ਫਿਰ ਰਾਤਾਂ ਨੂੰ। ਉਹ ਜਿਹੜਾ ਹੈ ਉਸ ਕੋਈ ਨਹੀਂ। ਜਿਹੜੇ ਸਤਸੰਗੀ ਆਪਣੇ ਭੈਣ ਭਰਾ ਹੁੰਦੇ ਨੇ, ਕੋਈ ਮੇਰਾ ਭਰਾ ਲੱਗਦਾ, ਕੋਈ ਮੇਰੀ ਭੈਣ ਲੱਗਦੀ ਹੈ, ਕੋਈ ਮੇਰੀ ਧੀ ਲੱਗਦੀ ਹੈ, ਕੋਈ ਮੇਰਾ ਪੁੱਤਰ ਲੱਗਦਾ ਹੈ। ਇਸ ਲਈ ਜਿੰਨੇ ਤੁਸੀਂ ਬੈਠੇ ਹੋ ਸਾਰੇ ਹੀ ਮੇਰੇ ਤੋਂ ਛੋਟੀ ਉਮਰ ਦੇ ਹੋ।
ਇਹ ਤਾਂ ਸਿਰ ਮਾਨ ਸਾਹਿਬ ਸਨ ਜਿਹੜੇ ਮੇਰੇ ਤੋਂ 1.5 ਸਾਲ ਵੱਡੇ ਸਨ, ਬਾਕੀ ਸਾਰੇ ਛੋਟੀ ਉਮਰ ਦੇ। ਤਾਂ ਜਿਹੜੇ ਜਵਾਨ ਨੇ ਉਹ ਭਰਾਵਾਂ ਵਰਗੇ ਹੋ ਗਏ, ਛੋਟੇ ਭਰਾ ਹੋ ਗਏ ਭਾਈ, ਬਾਕੀ ਜਿਹੜੇ ਛੋਟੇ ਜ਼ਿਆਦਾ ਛੋਟੇ ਨੇ ਬੱਚੇ ਬੱਚੀਆਂ ਹੋ ਗਏ। ਆਪਣਾ ਇੱਕ ਪਰਿਵਾਰ ਹੈ, ਮੈਂ ਤੁਹਾਨੂੰ ਆਪਣਾ ਇੱਕ ਪਰਿਵਾਰ ਸਮਝਦਾ, ਮੈਂ ਇਸ ਪਰਿਵਾਰ ਦਾ ਮੁਖੀਆ ਹਾਂ ਬਸ। ਅਤੇ ਮੁਖੀਏ ਦੇ ਜਿਹੜੇ ਫਰਜ਼ ਹੁੰਦੇ ਨੇ ਉਹ ਮੈਂ ਨਿਭਾਉਣ ਦੀ ਕੋਸ਼ਿਸ਼ ਕਰਦਾ। ਮੈਂ ਇੱਕ ਵੱਡੇ ਸਾਰੇ ਪਰਿਵਾਰ ਦਾ ਮੁਖੀਆ ਹਾਂ, ਅਤੇ ਮੁਖੀਏ ਦੇ ਜੋ ਫਰਜ਼ ਨੇ ਉਹ ਮੈਂ ਨਿਭਾਉਣ ਦੀ ਕੋਸ਼ਿਸ਼ ਕਰਦਾ ਜਿੱਥੇ ਤੱਕ ਮੈਂ ਨਿਭਾ ਸਕਾਂ। ਇਸੇ ਜਿੱਥੇ ਜਿੱਥੇ ਕੋਈ ਹੈ, ਜੋ ਜੋ ਉਹਦੀ ਡਿਊਟੀ ਹੈ, ਸਾਨੂੰ ਆਪਣੀ ਆਪਣੀ ਡਿਊਟੀ ਤਣਦੇਹੀ ਨਾਲ ਕਰਦੇ ਰਹਿਣਾ ਚਾਹੀਦਾ। ਆਪੇ ਠੀਕ ਹੋ ਜਾਏ। ਆਪਣੇ ਕੰਮ ਧੰਦਾ ਵੀ ਕਰੋ, ਜਿਹੜਾ ਸਮਾਂ ਮਿਲੇ ਉਹ 'ਚ ਬਾਣੀ ਪੜ੍ਹੋ, ਨਾਮ ਜਪੋ ਅਤੇ ਮੌਜ ਕਰੋ, ਹੋਰ ਤੇ ਕੀ ਹੈ। ਗੁਰੂ ਮਹਾਰਾਜ ਕਹਿੰਦੇ ਸਾਚਾ ਤਨ ਪਾਇਓ ਹਰ ਰੰਗ। ਰੰਗ ਪਿਆਰ ਨੂੰ ਕਹਿੰਦੇ, ਇੱਕ ਤਾਂ ਰੰਗ ਕਲਰ ਹੁੰਦਾ, ਇੱਥੇ ਉਹ ਭਾਵ ਨਹੀਂ ਹੈ। ਗਗਨ ਸਿਆਰੀ ਹੈ ਪਿਆਰ ਨਾਲ, ਹਰੀ ਨੂੰ ਪਿਆਰ ਕਰਨ ਦੇ ਨਾਲ ਸੱਚਾ ਤਨ ਨਾਮ ਧਨ ਪ੍ਰਾਪਤ ਹੁੰਦਾ ਹੈ। ਦੁੱਤਰ ਤਰੇ ਸਾਧ ਕੈ ਸੰਗ, ਗੁਰੂ ਦੀ ਸੰਗਤ ਕਰਕੇ ਇਹ ਮਨੁੱਖ ਦੁੱਤ ਤਰ ਹੁੰਦਾ, ਜਿਹੜਾ ਤਰਨਾ ਔਖਾ ਹੋਵੇ। ਇਹ ਸੰਸਾਰ ਸਮੁੰਦਰ ਨੂੰ ਤਰਨਾ ਔਖਾ ਹੈ, ਇਹਨੂੰ ਭਵ ਸਾਗਰ ਕਹਿੰਦੇ ਨੇ। ਕਿਉਂ ਹੈ? ਇਹ ਬੁਰਾਈਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਬਖੀਲੀ, ਪਤਾ ਨਹੀਂ ਕਿੰਨੀਆਂ ਕੁ ਬੁਰਾਈਆਂ ਨੇ। ਇੰਨੀਆਂ ਸਾਰੀਆਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ ਬਹੁਤ ਔਖਾ ਹੈ। ਇੱਥੇ ਵੱਡੇ ਵੱਡੇ ਵਿਚਾਰੇ ਸਾਧ ਢਿੱਕੇ 'ਚ ਆ ਗਏ ਨੇ, ਅਸੀਂ ਕਿਹਦੇ ਵਿਚਾਰੇ ਹਾਂ? ਐਂ ਸਮਝਣਾ ਮੈਂ ਕਿਸੇ ਵਿਚਾਰਾ ਹਾਂ, ਇੱਥੇ ਵੱਡੇ ਵੱਡੇ ਢਿੱਕੇ 'ਚ ਆ ਜਾਂਦੇ ਨੇ। ਹਾਂ, ਅਤੇ ਮੈਂ ਖਾਸ ਕਰਕੇ ਨਾ, ਮੈਂ ਜੇ ਜਨਾਨੀ ਆਪਣੇ ਆਈ ਤੇ ਆ ਗਈ ਨਾ, ਇਹ ਤਾਂ ਵੱਡੇ ਵੱਡੇ ਦੀ ਗੋਡਣੀ ਲਵਾ ਦਿੰਦੀ ਹੈ, ਬਚ ਕੇ ਰਹੋ। ਜੇ ਅੱਜ ਤਾਂ ਜਨਾਨੀ ਆਈ ਨਹੀਂ, ਆਪਣੀ ਆਈ ਕੁਛ ਆ ਰਹੀਆਂ ਹੁਣ ਕੁੜੀਆਂ, ਲਾ ਲਈਆਂ ਸੱਸਾਂ ਅੱਗੇ, ਲਾ ਲਏ ਸਹੁਰੇ ਅੱਗੇ, ਲਾ ਲਏ ਜੇਠ ਅੱਗੇ, ਲਾ ਲੈਣਗੇ ਸਾਰੇ ਅੱਗੇ। ਹਾਂ, ਕਹੋ ਜਾ ਕੇ ਜਾਂਦੇ, ਤੂੰ ਆ ਜਾ ਭਾਈ, ਤੂੰ ਨਾ ਜਾ, ਨਾ ਆ ਜਾ। ਉਹ ਕਹਿੰਦੇ ਅਸੀਂ ਨਹੀਂ ਆਉਂਦੀਆਂ। ਉਹਨਾਂ ਨੇ ਹੁਣ ਪੈਸੇ ਬਟੋਰਨੇ ਸ਼ੁਰੂ ਕਰਤੇ। ਤੁਹਾਡੇ ਤੋਂ 15 ਲੱਖ ਲੈ, ਫਿਰ ਇੱਕ ਹੋਰ ਨਾਲ ਵਿਆਹ ਕਰਾ ਲਓ, ਉੱਥੇ ਮਹੀਨਾ ਤੋਂ ਇੰਜੋਏ ਕੀਤਾ, ਫਿਰ ਉਹਨਾਂ 15 ਲੱਖ ਫਿਰ ਹੋਰ ਨਾਲ ਵਿਆਹ ਕਰਾ ਲਿਆ। ਇਹ ਤਾਂ ਸ਼ੁਗਲ ਹੋ ਗਿਆ। ਹੁਣ ਸ਼ਾਦੀ ਸ਼ੁਗਲ ਹੋ ਗਈ ਲੋਕਾਂ ਦੀ, ਉਹ ਗਈਆਂ ਪੁਰਾਣੀਆਂ ਗੱਲਾਂ। ਤਾਂ ਇਸ ਲਈ ਜੇ ਜਨਾਨੀ ਆਪਣੀ ਆਈ ਤੇ ਆ ਗਈ ਨਾ, ਅੱਜ ਤਾਂ ਇਹਨਾਂ ਨੂੰ ਮੈਂ ਕੋਈ ਚਲਿੱਤਰ ਨਹੀਂ ਦੱਸਦਾ, ਇਹਨੂੰ ਪਹਿਲਾਂ ਹੀ ਪਤਾ ਹੈ। ਕਾਂ ਦੀ ਮਾਂ ਲੱਗੀ ਮਰਨ, ਕਾਂ ਨੇ ਸੋਚਿਆ ਵੀ ਚੱਲ ਮਾਂ ਦਾ ਤਜਰਬਾ ਕੋਈ ਸਿੱਖਿਆ ਲੈਵਾਂ। ਉਹ ਗਿਆ, ਮਾਂ ਇੰਨੀ ਉਮਰ ਤੂੰ ਜਿਵੇਂ ਕੋਈ ਮੈਨੂੰ ਸਿੱਖਿਆ ਦੇ ਜਾਂ ਮਰਨ ਲੱਗੀ। ਕਹਿੰਦੇ ਪੁੱਤ ਜੇ ਕੋਈ ਰੋੜੀ ਚੱਕੇ ਨਾ ਉੱਡ ਜਾਈ। ਕਹਿੰਦੇ ਮਾਂ ਜੇ ਉਹਦੇ ਹੱਥ 'ਚ ਪਹਿਲੇ ਹੀ ਰੋੜੀ ਹੋਵੇ, ਕਹ ਤੂੰ ਫਿਰ ਪੜ੍ਹਿਆ, ਤੈਨੂੰ ਪੜ੍ਹਾਉਣ ਦੀ ਲੋੜ ਨਹੀਂ। ਹੁਣ ਕੋਈ ਸਿਖਾਉਣ ਦੀ ਲੋੜ ਨਹੀਂ, ਅੱਜ ਦੀਆਂ ਕੁੜੀਆਂ ਤੁਰੇ ਸਿੱਖੀਆਂ ਆਉਂਦੀਆਂ। ਦਾਤਾ ਭਲੀ ਕਰੇ। ਦੁੱਤਰ ਤਰੇ ਸਾਧ ਕੈ ਸੰਗ, ਗੁਰੂ ਦੀ ਸੰਗਤ ਕਰਕੇ ਇਹ ਜਿਹੜਾ ਭਾਵ ਸਾਗਰ ਹੈ ਬੁਰਾਈਆਂ ਦਾ, ਇਹਨਾਂ ਤੋਂ ਬੰਦਾ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ। ਗੁਰੂ ਦੀ ਸੰਗਤ ਕਰਨੀ ਹੈ। ਸੁਖ ਬੈਸੋ ਸੰਤ ਸੱਜਣ ਪਰਿਵਾਰ, ਹਰ ਤਨ ਖਟਿਓ ਜਾ ਕਾ ਨਾਹੇ ਸ਼ੁਮਾਰ। ਸੁਖ ਬੈਸੋ, ਵੀ ਸੁੱਖਾਂ ਨਾਲ ਬੈਠੋ। ਸੰਤ ਸੱਜਣ ਪਰਿਵਾਰ, ਸੰਤਾਂ ਦੇ ਇੱਕ ਪਰਿਵਾਰ ਹੈ। ਜਿਹੜੇ ਸਤਸੰਗੀ ਨੇ ਉਹ ਸੰਤਾਂ ਦਾ ਇੱਕ ਪਰਿਵਾਰ ਹੈ। ਜਿਵੇਂ ਹੁਣੇ ਕਹਿ ਕੇ ਹਟੇ, ਤੁਸੀਂ ਮੇਰਾ ਇੱਕ ਪਰਿਵਾਰ ਹੋ, ਮੈਂ ਤੁਹਾਡਾ ਮੁਖੀਆ ਹਾਂ। ਇਸ ਤਰ੍ਹਾਂ ਜਿਹੜੇ ਸੰਤ ਸੱਜਣ ਨੇ ਇੱਕ ਪਰਿਵਾਰ ਹੈ। ਉਸ ਪਰਿਵਾਰ 'ਚ ਤੁਸੀਂ ਬੈਠੋ, ਸਤਸੰਗੀ ਬਣੋ, ਫਿਰ ਸੁੱਖ ਨਾਲ ਬੈਠੋ। ਹਰ ਧਨ ਖਟਿਓ, ਉੱਥੇ ਤੁਹਾਨੂੰ ਫਿਰ ਹਰੀ ਧਨ ਕਮਾਓਗੇ। ਤੁਸੀਂ ਉੱਥੇ ਹਰ ਧਨ ਖਟੋਗੇ, ਜਾ ਕਾ ਨਾਹੇ ਸ਼ੁਮਾਰ, ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਇੰਨਾ ਤੁਹਾਡੇ ਕੋਲ ਨਾਮ ਧਨ ਹੈਗਾ ਜਿਹਦੀ ਗਿਣਤੀ ਨਹੀਂ ਹੋ ਸਕਦੀ। ਸ਼ੁਮਾਰ ਫਾਰਸੀ ਦਾ ਸ਼ਬਦ ਹੈ, ਗਿਣਤੀ, ਜਿਹਦੀ ਗਿਣਤੀ ਹੀ ਨਹੀਂ ਹੋ ਸਕਦੀ, ਜੋ ਬੇਅੰਤ ਹੈ। ਇੰਨਾ ਨਾਮ ਧਨ ਤੁਹਾਡੇ ਕੋਲ ਹੋਏਗਾ। ਜਿਸੈ ਪ੍ਰਾਪਤ ਤਿਸ ਗੁਰ ਦੇ, ਜਿਹਦੇ ਭਾਗਾਂ 'ਚ ਪ੍ਰਾਪਤੀ ਲਿਖੀ ਹੁੰਦੀ ਇਸ ਨਾਮ ਧਨ ਦੀ, ਉਹਨੂੰ ਗੁਰੂ ਨਾਮ ਧਨ ਦਿੰਦਾ। ਨਾਨਕ ਬਿਰਥਾ ਕੋਈ ਨਾ ਹੈ, ਇਸ ਨਾਮ ਧਨ ਦਾ ਬਿਰਥਾ ਕੋਈ ਖਾਲੀ ਕੋਈ ਨਹੀਂ ਜਾਂਦਾ।
ਜਿਹੜਾ ਨਾਮ ਤਨ ਖੜਦਾ ਕਹਿੰਦਾ ਫਿਰ ਖਾਲੀ ਨਹੀਂ ਜਾਂਦਾ, ਨਾਮ ਤਨ ਉਹਦੇ ਨਾਲ ਹੀ ਜਾਂਦਾ ਹੈ। ਗੌੜੀ ਗਵਾਰੇਰੀ ਮਹਿਲਾ ਪੰਜਵਾਂ। ਹਸਤ ਪੁਨੀਤ ਹੋਹੇ ਤਤਕਾਲ, ਬਿਨ ਸਜਾਹੇ ਮਾਇਆ ਜੰਜਾਲ, ਰਸਨਾ ਰਮੋ ਰਾਮ ਗੁਣ ਨੀਤ, ਸੁਖ ਪਾਵੋ ਮੇਰੇ ਭਾਈ ਮੀਤ। ਕਹਿੰਦੇ ਹਸਤ ਪੁਨੀਤ ਹੋਹੇ ਤਤਕਾਲ, ਹੱਥ ਜਿਹੜੇ ਨੇ ਤੁਰੰਤ ਕਹਿੰਦਾ ਪਵਿੱਤਰ ਹੋ ਜਾਂਦੇ ਹਨ। ਹੱਥ ਪਵਿੱਤਰ ਹੋ ਜਾਂਦੇ ਨੇ। ਕਾਹਦੇ ਨਾਲ ਪਵਿੱਤਰ ਹੋਣਗੇ? ਤੁਸੀਂ ਦੇਖੋ ਬਾਣੀ ਪੜ੍ਹ ਰਹੇ ਹੋ, ਅੱਖਾਂ ਨਾਲ ਗੁਰੂ ਦੇ ਦਰਸ਼ਨ, ਬਾਣੀ ਗੁਰੂ ਹੈ ਨਾ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦੇ ਆ, ਅੱਖਾਂ ਪਵਿੱਤਰ। ਮੁੱਖ ਨਾਲ ਬਾਣੀ ਪੜ੍ਹਦੇ ਆ, ਮੁੱਖ ਪਵਿੱਤਰ। ਕੰਨਾਂ ਨਾਲ ਬਾਣੀ ਸੁਣਦੇ ਆ, ਕੰਨ ਪਵਿੱਤਰ। ਹੱਥਾਂ ਦੇ ਨਾਲ ਅਸੀਂ ਅੰਗ ਉਲਟਾਉਂਦੇ ਆ, ਹੱਥ ਪਵਿੱਤਰ। ਕਿੰਨਾ ਕੁਛ ਪਵਿੱਤਰ ਹੋ ਜਾਂਦਾ। ਬਾਣੀ ਪੜ੍ਹ ਰਹੇ ਹੋ, ਗੁਰੂ ਦੇ ਦਰਸ਼ਨ ਕਰ ਰਹੇ ਹੋ, ਗੁਰੂ ਦੇ ਦਰਸ਼ਨਾਂ ਦਾ ਆਪਣਾ ਹੀ ਫਲ ਹੈ। ਗੁਰੂ ਦੇ ਦਰਸ਼ਨਾਂ ਦਾ ਆਪਣਾ ਹੀ ਫਲ ਹੁੰਦਾ। ਦਰਸ਼ਨ ਕਰਕੇ ਅੱਖਾਂ ਪਵਿੱਤਰ ਹੁੰਦੀਆਂ, ਬਾਣੀ ਮੁੱਖ ਨਾਲ ਬੋਲਦੇ ਹੋ, ਮੁੱਖ ਪਵਿੱਤਰ ਹੁੰਦਾ, ਕੰਨਾਂ ਨਾਲ ਸੁਣਦੇ ਹੋ, ਕੰਨ ਪਵਿੱਤਰ ਹੁੰਦੇ ਨੇ, ਹੱਥਾਂ ਨਾਲ ਅੰਗ ਉਲਟਾਉਂਦੇ ਹੋ, ਹੱਥ ਪਵਿੱਤਰ ਹੁੰਦੇ ਨੇ। ਤਾਂ ਕਹਿੰਦੇ ਹਸਤ ਪੁਨੀਤ ਹੋਹੇ ਤਤਕਾਲ, ਤੁਰੰਤ ਕਹਿੰਦੇ ਹੱਥ ਪਵਿੱਤਰ ਹੋ ਜਾਂਦੇ ਹਨ। ਬਿਨ ਸਜਾਹੇ ਮਾਇਆ ਜੰਜਾਲ, ਮਾਇਆ ਦੇ ਜਿਹੜੇ ਝੰਜਟ ਨੇ ਉਹ ਖਤਮ ਹੋ ਜਾਂਦੇ ਹਨ। ਰਸਨਾ ਰਮੋ ਰਾਮ ਗੁਣ ਨੀਤ, ਰਸਨਾ ਦੇ ਨਾਲ ਹਮੇਸ਼ਾ ਪਰਮਾਤਮਾ ਗੁਣ ਗਾਈ ਜਾਓ, ਗਾਈ ਜਾਓ। ਸੁਖ ਪਾਵੋ ਮੇਰੇ ਭਾਈ ਮੀਤ, ਇਹ ਮੇਰੇ ਭਰਾਵੋ, ਇਹ ਮਿੱਤਰੋ, ਇਸ ਤਰ੍ਹਾਂ ਤੁਹਾਨੂੰ ਸੁੱਖ ਮਿਲੇਗਾ, ਇਸ ਤਰ੍ਹਾਂ ਸੁੱਖ ਮਿਲੇਗਾ। ਲਿਖ ਲੇਖਨ ਕਾਗਦ ਮਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ। ਲੇਖਣ, ਲੇਖਣੀ, ਕਲਮ, ਲੇਖਣ ਭਾਵ ਕਲਮ, ਕਾਗਦ, ਕਾਗਜ਼ ਉੱਤੇ, ਮਸਵਾਣੀ ਸਿਆਹੀ ਨਾਲ। ਕਾਗਜ਼ ਉੱਤੇ ਸਿਆਹੀ ਨਾਲ ਲਿਖ, ਕੀ ਲਿਖ? ਰਾਮ ਨਾਮ ਹਰ ਅੰਮ੍ਰਿਤ ਬਾਣੀ, ਪਰਮਾਤਮਾ ਦਾ ਨਾਮ ਲਿਖ, ਇਹ ਬਾਣੀ ਲਿਖ। ਨਾਮ ਲਿਖ, ਇਹ ਅੰਮ੍ਰਿਤਮਈ ਬਾਣੀ ਲਿਖ। ਫਿਰ ਕੀ ਹੋਏਗਾ? ਤੇਰੇ ਹੱਥ ਹਸਤ ਪੁਨੀਤ ਹੋਹੇ ਤਤਕਾਲ, ਤੇਰੇ ਹੱਥ ਪਵਿੱਤਰ ਹੋ ਜਾਣਗੇ, ਕਿਉਂਕਿ ਤੂੰ ਇਹਨਾਂ ਹੱਥਾਂ ਦੇ ਨਾਲ ਬਾਣੀ ਲਿਖੇਗਾ, ਨਾਮ ਲਿਖੇਗਾ। ਆ ਜਿਹੜੇ ਗੁਰਬਾਣੀ ਦੇ ਅਨੁਸਾਰ ਕਿਤਾਬਾਂ ਲਿਖਦੇ ਰਹਿੰਦੇ ਨੇ, ਹੱਥ ਪਵਿੱਤਰ ਹੋ ਜਾਂਦੇ ਨੇ। ਕਿੰਨਾ ਕਿੰਨਾ ਸਮਾਂ ਦੇ ਰਾਈਟਰ ਲਿਖਦੇ ਰਹਿੰਦੇ ਨੇ। ਹਾਂਜੀ, ਲਿਖ ਲੇਖਨ ਕਾਗਦ ਮਸਵਾਣੀ, ਕਾਗਜ਼ ਦੇ ਉੱਤੇ ਸਿਆਹੀ ਦੇ ਨਾਲ ਕਹਿੰਦੇ ਤੂੰ ਲੇਖ ਲਿਖ। ਕੀ ਲਿਖ? ਰਾਮ ਨਾਮ ਹਰ ਅੰਮ੍ਰਿਤ ਬਾਣੀ, ਪਰਮਾਤਮਾ ਦਾ ਨਾਮ ਲਿਖ, ਪਰਮਾਤਮਾ ਦੀ ਅੰਮ੍ਰਿਤ ਬਾਣੀ ਲਿਖ। ਇਹ ਕਾਰਜ ਤੇਰੇ ਜਾਹੇ ਬੇਕਾਰ, ਬੁਰਾਈਆਂ, ਇਹ ਕੰਮ ਕਰਕੇ ਤੇਰੀਆਂ ਬੁਰਾਈਆਂ ਅੰਦਰੋਂ ਖਤਮ ਹੋ ਜਾਣਗੀਆਂ। ਉਸਕੋ ਸਾਰਾ ਧਿਆਨ ਹੀ ਬਾਣੀ ਵੱਲ ਹੋ ਜਾਏਗਾ, ਹੋਰ ਕੋਈ ਸੁਝਦਾ ਹੀ ਨਹੀਂ ਹੈ। ਆ 3 ਸਾਲ ਬਸ ਮੇਰੇ ਭੂਤ ਨਹੀਂ ਭੁੱਲੀ ਰਹੀ ਹੈ। ਉਧਰ ਮੈਨੂੰ ਮਿਸਿਸ ਨੇ ਕਹਿਤਾ ਵੀ 31 ਦਸੰਬਰ ਪਿਛਲੇ ਸਾਲ ਹੈ, ਵੀ 31 ਦਸੰਬਰ ਤੋਂ ਪਹਿਲਾਂ ਨਿਬੇੜਨਾ। ਠੀਕ ਹੈ, ਮੈਂ ਕਿਹਾ ਵੀ ਹੋ ਸਕਦਾ ਮੇਰਾ ਸਮਾਂ ਪੂਰਾ ਹੋ ਰਿਹਾ, ਜਾਂ ਮੈਂ ਢਿੱਲਾ ਮੱਠਾ ਹੋ ਜਾ, ਜਾਂ ਕੋਈ ਦੁਰਘਟਨਾ ਹੋ, ਕੁਛ ਵੀ ਹੋ ਸਕਦਾ। ਉਹਨਾਂ ਕਿਹਾ ਵੀ ਕਿਤਾਬ 31 ਦਸੰਬਰ ਤੱਕ ਨਿਬੇੜਨੀ ਹੈ, ਇਸ ਲਈ ਮੈਂ 8-8 10-10 ਘੰਟੇ ਵੀ ਲੱਗਾ ਰਹਿੰਦਾ ਹੁੰਦਾ ਸੀ। ਐਡੀ ਵੱਡੀ ਕਿਤਾਬ ਲਿਖਣੀ ਸੀ, ਫਿਰ ਉਹਨੂੰ ਕਰੈਕਟ ਵੀ ਕਰਨਾ, ਚੈੱਕ ਵੀ ਕਰਨਾ, ਛਪਾਉਣੀ ਵੀ ਹੈ, ਫਿਰ ਕਰੈਕਟ ਕਰਨਾ, ਫਿਰ ਛਪਾਉਣੀ ਹੈ। ਇਹ ਬਹੁਤ ਕੰਮ ਹੁੰਦਾ। ਹਾਂਜੀ, ਕਿਉਂਕਿ ਆਮ ਜਿਹੜੀ ਕਿਤਾਬ ਹੈ ਉਹ ਛਾਪਣੀ ਸੌਖੀ ਹੈ, ਇਹ ਗੁਰਬਾਣੀ ਛਾਪਣੀ ਬੜੀ ਔਖੀ ਹੈ। ਇੱਕ ਇੱਕ ਸ਼ਬਦ ਦੇ ਸਪੈਲਿੰਗ ਵੇਖ, ਕਾਗਜ਼ ਹੈ ਦੱਦੇ ਨੂੰ ਸਿਹਾਰੀ ਲੱਗੇ, ਉਂਝ ਕਾਗਜ਼ ਲਿਖਣਾ, ਸਿੱਧੇ ਲਿਖ ਦਿੰਦਾ ਅਗਲਾ। ਆਮ ਕਿਤਾਬ ਛਾਪਣੀ ਕੋਈ ਔਖੀ ਨਹੀਂ, ਛਾਪਾ ਖਾਣ ਵਾਲੇ। ਆਹ ਜੇ ਬਾਣੀ ਛਾਪਣੀ ਬਹੁਤ ਔਖੀ ਹੈ, ਇੱਕ ਇੱਕ ਸ਼ਬਦ ਦੇ ਸਪੈਲਿੰਗ ਵੇਖ ਵੇਖ ਕੇ ਛਾਪ ਰਹੇ ਵੀ ਗਲਤੀ ਨਾ ਹੋ ਜਾਏ। ਫਿਰ ਤਾਂ ਇਸ ਕਰਕੇ ਮੈਂ ਵੀ ਕੋਈ ਗੱਲ ਹੋਣੀ ਹੈ। ਕੋਈ ਕਹਿੰਦੇ ਜਿਹੜੇ ਰਿਸ਼ਤੇਦਾਰਾਂ ਦੇ ਮਕਾਨ ਬਣਾਉਣੇ ਨੇ 31 ਦਸੰਬਰ ਤੋਂ ਪਹਿਲਾਂ ਨਿਬੇੜਨਾ। ਮੈਂ ਕੋਈ ਗੱਲ ਹੈ?
ਜੋ ਕਰਨਾ ਕਹਿੰਦੇ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕਰ ਲੈ। ਮੈਂ 23 ਦਸੰਬਰ ਨੂੰ ਸਭ ਕੁਝ ਕਰ ਲਿਆ। ਉਹਨਾਂ ਨੂੰ ਪੈਸੇ ਪ੍ਰੈਸ ਵਾਲਿਆਂ ਨੂੰ ਮੈਂ ਦੇਤੇ। ਮੈਂ ਪਤਾ ਨਹੀਂ ਭਾਈ, ਮੈਨੂੰ ਨਹੀਂ ਪਤਾ, ਮੈਂ 2 ਦਿਨ ਜਿਵੇਂ ਆ ਲਓ ਆਪਣਾ 2.5 ਲੱਖ ਰੁਪਈਆ, ਅਤੇ ਮੇਰੀ ਜੇ ਮੈਂ ਕਿਤਾਬ ਮੈਂ ਪੂਰੀ ਕਰਤੀ ਹੈ, ਛਾਪ ਤੁਸੀਂ ਦਿਓ। ਜੇ ਮੈਂ ਨਾ ਵੀ ਰਿਹਾ 31 ਦਸੰਬਰ ਤੋਂ ਬਾਅਦ, ਆ ਲਓ ਪੈਸੇ, ਮੇਰੀ ਕਿਤਾਬ ਛਪ ਦੇ ਬਸ, ਅਤੇ ਸੰਗਤ ਨੂੰ ਆਪੇ ਵੰਡ ਦੇਣਗੇ। ਕਿਉਂ ਪੈਸੇ ਬਾਹਰੋਂ ਮੈਨੂੰ 2.5 ਲੱਖ ਆ ਗਿਆ ਸੀ ਇੱਕ ਗੁਰਮੁਖ ਪਿਆਰੇ ਦਾ, ਉਹਨੇ ਆਪਣੇ ਪਿਤਾ ਮਾਤਾ ਯਾਦ ਦੇ ਵਿੱਚ ਉਹ ਲਿਖਿਆ ਵੀ ਹੈ ਕਿਤਾਬ ਦੇ ਉੱਤੇ ਕਿ ਕੰਵਰਪ੍ਰੀਤ ਸਿੰਘ ਨੇ ਆਪਣੇ ਮਾਤਾ ਯਾਦ 'ਚ ਇਹ ਸਾਰਾ ਖਰਚ ਕੀਤਾ ਕਿਤਾਬ ਦਾ। 23 ਦਸੰਬਰ ਨੂੰ ਮੈਂ ਉੱਥੇ ਗਿਆ ਸੀ, ਤਹਿਸੀਲ 'ਚ ਕੰਮ ਸੀ, ਮੈਂ ਆਪਣੀ ਵਸੀਅਤ ਕਰ ਰਹੀ ਸੀ। ਮੈਂ ਖਰਬੰਦਾ ਸਾਹਿਬ ਰਹਿਣ ਨਾਲ ਸੀ। ਮੈਂ ਖਰਬੰਦਾ ਸਾਹਿਬ ਜਿੰਨੇ ਮੈਂ ਕੰਮ ਕਰਨੇ ਸਨ ਉਹ ਮੈਂ ਅੱਜ ਨਿਬੇੜਦੇ ਨੇ। ਮੈਂ ਅੱਜ ਮਾਨਸਿਕ ਤੌਰ 'ਤੇ ਫਰੀ ਹੋ ਗਿਆ। ਚਾਹੇ ਮੈਂ ਸਰੀਰ ਕੱਲ੍ਹ ਨੂੰ ਤਿਆਗ ਜਾ, ਮੈਨੂੰ ਕੋਈ ਫਿਕਰ ਨਹੀਂ, ਮੇਰੇ ਮਨ 'ਚ ਨਹੀਂ ਰਹੇਗਾ ਵੀ ਆਹ ਰਹਿ ਗਿਆ, ਆਹ ਰਹਿ ਗਿਆ। ਮੈਂ ਹੁਣ ਫਰੀ ਹਾਂ, ਜਦੋਂ ਮਰਜ਼ੀ ਹੈ ਸੱਦਾ ਆ ਜਾਏ, ਮੈਂ ਆਪਣੀ ਤਿਆਰੀ ਹੈ। ਚਲੋ ਦਾਤੇ ਨੂੰ ਵਧਾਤੀ, ਜਿਵੇਂ ਵੀ ਹੋਇਆ ਆਪਾਂ ਕਰ ਰਹੇ ਲੱਗੇ। ਸੋ ਇਹ ਐਂ ਹੀ ਸਮਝਣੇ ਬਸ ਵੀ ਗਏ ਕਿ ਗਏ, ਨਿਬੇੜ ਦਿਓ ਫਟਾਫਟ ਜੋ ਕਰਨਾ। ਕੱਲ੍ਹ ਕਿਹਨੂੰ ਆਇਆ, ਟਮਾਰੋ ਕਮਜ਼ ਨੈਵਰ, ਇੰਗਲਿਸ਼ ਵਾਲੇ ਕਹਿੰਦੇ ਕੱਲ੍ਹ ਤਾਂ ਕਦੇ ਆਉਂਦੀ ਨਹੀਂ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਿਸੈ ਪ੍ਰਾਪਤ ਤਿਸ ਗੁਰ ਦੇ, ਜਿਹਦੇ ਭਾਗਾਂ 'ਚ ਲਿਖਿਆ ਹੋਇਆ ਨਾ ਉਹਨੂੰ ਪਰਮਾਤਮਾ ਦੇ। ਨਾਨਕ ਬਿਰਥਾ ਕੋਈ ਨਾ ਹੈ, ਇਸ ਨਾਮ ਧਨ ਤੋਂ ਖਾਲੀ ਕੋਈ ਨਹੀਂ ਜਾਂਦਾ। ਗੌੜੀ ਗੁਰੇਰੀ ਮਹਿਲਾ ਪੰਜਵਾਂ। ਅੱਛਾ ਹਾਂ, ਇਹ ਕਾਰ ਤੇਰੇ ਜਾਹੇ ਬਿਕਾਰ, ਸਿਮਰਤ ਰਾਮ ਨਾਹੀ ਜਮ ਮਾਰ। ਕਹਿੰਦੇ ਜਿਹੜਾ ਤੂੰ ਲਿਖਣ ਦਾ ਕੰਮ ਕਰੇਗਾ ਨਾ, ਕਾਗਜ਼ 'ਤੇ ਬਾਣੀ ਲਿਖੇਗਾ, ਨਾਮ ਲਿਖੇਗਾ, ਇਹ ਕਾਰਜ ਤੇਰੇ ਜਾਹੇ ਬਿਕਾਰ। ਇਹ ਕਾਰਜ ਕਰਕੇ ਤੇਰੇ ਅੰਦਰ ਸਾਰੀਆਂ ਬੁਰਾਈਆਂ ਖਤਮ ਹੋ ਜਾਣਗੀਆਂ। ਸਿਮਰਤ ਰਾਮ, ਇੱਥੇ ਰੁਕਣਾ, ਸਿਮਰਤ ਰਾਮ ਨਾ ਹੀ ਜਮ ਮਾਰ। ਤੂੰ ਪਰਮਾਤਮਾ ਦਾ ਨਾਮ ਜਪ, ਤੇਰੇ ਜਮਦੂਤ ਨਹੀਂ ਕੁੱਟਣਗੇ। ਜੇ ਕਿਤੇ ਤੁਸੀਂ ਐਂ ਕਹਿੰਦਾ ਸਿਮਰਤ ਰਾਮ ਨਾ ਹੀ ਜਮ ਮਾਰ, ਜੇ ਤੂੰ ਰੱਬ ਦਾ ਨਾਮ ਨਹੀਂ ਜਪੇਗਾ ਤੈਨੂੰ ਜਮ ਮਾਰਨਗੇ। ਇਹ ਤੁਸੀਂ ਦੇਖ ਰਹੇ ਕਿੱਥੇ ਕਿੱਥੇ ਕੰਮਾਂ ਲਾਉਣਾ ਤਾਂ ਦੂਜੀ ਉਲਟ ਸੁਲਟ ਨਾ ਹੋ ਜਾਣਾ ਅਰਥ। ਸਿਮਰਤ ਰਾਮ, ਤੂੰ ਪਰਮਾਤਮਾ ਦਾ ਨਾਮ ਜਪ, ਨਾ ਹੀ ਜਮ ਮਾਰ, ਜਮਦੂਤ ਤੈਨੂੰ ਨਹੀਂ ਮਾਰਨਗੇ। ਕਿਉਂਕਿ ਜਿਹੜਾ ਧਰਮਰਾਜ ਨੇ ਹੁਕਮ ਕੀਤਾ ਹੋਇਆ ਯਮਰਾਜ ਨੂੰ ਕਿ ਜਿੱਥੇ ਪਰਮਾਤਮਾ ਦਾ ਨਾਮ ਕੋਈ ਜਪ ਰਿਹਾ ਨਾ, ਆਪਣੇ ਜਮਦੂਤਾਂ ਨੂੰ ਕਹਿ ਦੀ ਉੱਥੇ ਨਹੀਂ ਜਾਣਾ। ਅਤੇ ਉਹ ਕੋਈ ਜਮਦੂਤਾਂ ਨੂੰ ਕਹਿੰਦਾ, ਸੁਣ ਲਓ, ਇਹ ਕਹਿੰਦਾ ਜੇ ਤੁਸੀਂ ਚਲੇ ਗਏ ਨਾ ਤੁਸੀਂ ਛੁੱਟਣਾ ਅਤੇ ਫਿਰ ਨਾ ਮੈਂ ਛੁੱਟਣਾ। ਰੱਬ ਨੇ ਐਕਸਪਲੇਨੇਸ਼ਨ ਕਾਲ ਕਰ ਲੈਣੀ ਵੀ ਗਏ ਕਿਉਂ, ਤੇਰੇ ਜਮਦੂਤ ਗਏ ਕਿਉਂ ਉੱਥੇ। ਕਹਿੰਦਾ ਨਾ ਮੈਂ ਛੁੱਟਣਾ ਨਾ ਤੁਸੀਂ ਛੁੱਟਣਾ। ਇਸ ਲਈ ਜਿੱਥੇ ਕੋਈ ਰੱਬ ਦਾ ਨਾਮ ਜਪ ਰਿਹਾ ਉੱਥੇ ਨਹੀਂ ਤੁਸੀਂ ਜਾਣਾ, ਉੱਥੇ ਨਹੀਂ ਜਾਣਾ। ਕੈਲਕਟਾ ਦੀ ਇੱਕ ਬੜੀ ਪ੍ਰਸਿੱਧ ਬੀਬੀ ਹੋਈ ਬਹੁਤ ਸਾਲ ਪਹਿਲਾਂ, ਆਨੰਦ ਮਾਂ ਉਹਨੂੰ ਕਹਿੰਦੇ ਸੀ। ਜਿਸ ਜਿਹੜਾ ਮੈਗਜ਼ੀਨ ਮੈਂ ਪੜ੍ਹਿਆ ਸੰਤ ਵਰਿਆਮ ਸਿੰਘ ਜੀ ਦਾ, ਉਹ 'ਚ ਉਹਨੇ ਲਿਖਿਆ ਸੀ ਕਿ ਜਦੋਂ ਦੀਵਾਨ ਲਾਉਂਦੇ ਸੀ ਘੱਟ ਤੋਂ ਘੱਟ 50,000 ਬੰਦਾ ਸੁਣਨ ਆਉਂਦਾ ਸੀ ਉਸ ਜ਼ਮਾਨੇ 'ਚ ਵੀ। ਅੱਜ ਤਾਂ ਚਲੋ ਆਵਾਜ਼ਾਂ ਦੇ ਸਾਧਨ ਬੜੇ ਹੋ ਕੇ ਤੇ ਬੜਾ ਹੈ, ਉਸ ਵੇਲੇ ਕਿ 50,000 ਬੰਦਾ ਸੁਣਨ ਆਉਂਦਾ ਸੀ ਉਸਨੂੰ। ਇੱਕ ਲੜਕਾ ਸੀ, ਉਹਦੀ ਮਾਂ ਨੂੰ ਪੰਡਤ ਨੇ ਕਹਿਤਾ ਵੀ ਤੇਰੇ ਲੜਕੇ ਨੇ 12 ਸਾਲ ਦੀ ਉਮਰ 'ਚ ਮਰ ਜਾਣਾ। ਇਹ 12 ਸਾਲ ਚਲੋ ਜੀ, ਜਦੋਂ 11.5 ਸਾਲ ਦਾ ਹੋ ਗਿਆ, ਮਾਂ ਨੇ ਸੋਚਿਆ ਵੀ ਇਹਨੂੰ ਆਨੰਦ ਮਾਂ ਕੋਲ ਛੱਡੋ ਨਾ, 6 ਮਹੀਨੇ ਤੇ ਸੇਵਾ ਕਰ ਲੇਗਾ, ਚਲੋ ਲੇਖੇ ਲੱਗ ਜਾਓ ਜੀਵਨ। ਬੱਚੇ ਨੂੰ ਨਹੀਂ ਦੱਸਿਆ ਵੀ ਤੇਰੀ ਉਮਰ ਕੁੱਲ 12 ਸਾਲ ਹੈ, ਨਾ ਹੀ ਆਨੰਦ ਮਾਂ ਨੂੰ ਦੱਸਿਆ। ਉਹ ਰੋਜ਼ ਸੇਵਾ ਕਰਦਾ, ਸ਼ਾਮ ਨੂੰ ਵਾਪਸ ਆ ਜਾਂਦੇ ਸੀ। ਬੜੀ ਸੇਵਾ ਨੇ ਕੀਤੀ। ਜਦੋਂ ਹਫ਼ਤਾ ਕੁ ਰਹਿ ਗਿਆ ਨਾ 12 ਸਾਲ ਪੂਰੇ ਹੋਣ 'ਚ, ਆਨੰਦ ਮਾਂ ਉਸ 'ਤੇ ਖੁਸ਼ ਹੋ ਗਈ। ਉਹਨੂੰ ਸੱਦ ਕੇ ਕਹਿੰਦੀ ਕਾਕਾ ਚਿਰੰਜੀਵੀ ਹੋ, ਹਿੰਦੀ ਬੋਲੀ, ਤੇਰੀ ਲੰਮੀ ਉਮਰ ਹੋਵੇ। ਉਹਨੇ ਆ ਕੇ ਮਾਂ ਨੂੰ ਕਿਹਾ, ਮਾਂ
ਅੱਜ ਆਨੰਦ ਮਾਨ ਨੇ ਮੈਨੂੰ ਕਿਹਾ ਤੇਰੀ ਲੰਮੀ ਉਮਰ ਹੋਵੇ। ਉਹ ਤਾਂ ਹੱਕੀ ਬੱਕੀ ਹੋ ਗਈ। ਉਹ ਨਾਲ ਲੈ ਲੜਕੇ ਨੂੰ ਆ ਕੇ ਕਹਿੰਦੇ ਮਾਤਾ ਜੀ ਬਈ ਪੰਡਤ ਨੇ ਮੈਨੂੰ ਕਿਹਾ ਵੀ ਇਹਦੀ ਉਮਰ ਸਿਰਫ 12 ਸਾਲ ਹੈ, ਸਿਰਫ 7 ਦਿਨ ਬਾਕੀ ਰਹਿ ਗਏ ਨੇ, ਅਤੇ ਤੁਸੀਂ ਕਿਹਾ ਕਾਕਾ ਤੇਰੀ ਲੰਮੀ ਉਮਰ ਹੋਵੇ। ਆਨੰਦ ਮਾਨ ਨੇ ਅੱਖਾਂ ਮੀਟੀਆਂ, ਕਹਿੰਦੇ ਭੈਣ ਜੀ ਦਿਨ ਤੇ 7 ਹੀ ਰਹਿ ਗਏ ਨੇ, ਪਰ ਹੁਣ ਬਚਨ ਹੋ ਗਏ ਨੇ। ਇਹ ਸੰਤ ਬਚਨ ਅਟਲਤ ਦਾ, ਪਰ ਹੁਣ ਬਚਨ ਹੋ ਗਏ ਨੇ, ਤੁਸੀਂ ਫਿਕਰ ਨਾ ਕਰੋ। ਜਿਹੜਾ ਦਿਨ ਐਕਚੁਅਲੀ ਆਉਣਾ ਸੀ ਉਸ ਦਿਨ ਮਾਤਾ ਨੇ ਸਾਰੇ ਸਾਧੂ ਜਿੰਨੇ ਉੱਥੇ ਰਹਿੰਦੇ ਸਨ ਡੇਰੇ 'ਚ, ਸਾਰੇ ਸਾਧੂ ਨੇ ਕਹਿੰਦੇ ਇੱਕ ਗੋਲ ਦਾਇਰਾ ਬਣਾ ਲਓ, ਇੱਕ ਦੂਜੇ ਦੀ ਬਾਂਹ ਇਸ ਤਰ੍ਹਾਂ ਫੜ ਲਓ, ਹੱਥ ਜਿਵੇਂ ਆਪਾਂ ਸੰਗਲੀ ਬਣਾ ਲੈਂਦੇ, ਇੱਕ ਦੂਜੇ ਹੱਥ ਫੜ ਲਓ, ਬੈਠ ਜਾਓ। ਲੜਕੇ ਨੇ ਕਹਿੰਦੇ ਕਾਕਾ ਤੂੰ ਉੱਥੇ ਇਹ ਗੋਲ ਦੇ ਵਿਚਾਲੇ ਬਹਿ ਜਾ। ਕਹਿੰਦੇ ਜਦੋਂ ਮੈਂ ਤੁਹਾਨੂੰ ਹੱਥ ਉੱਚਾ ਕਰਾਂਗੀ ਤੁਸੀਂ ਜ਼ੋਰ ਜ਼ੋਰ ਦੀ ਰਾਮ 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 ਕਰਨ ਲੱਗ ਜਾਣਾ, ਜਦੋਂ ਫਿਰ ਮੈਂ ਦੁਬਾਰਾ ਹੱਥ ਉੱਚਾ ਕਰਾਂਗੀ ਉਦੋਂ ਤੁਸੀਂ ਬੰਦ ਕਰ ਦੇਣਾ। ਜਦੋਂ ਮਾਤਾ ਨੇ ਦੇਖੇ ਵੀ ਆ ਰਹੇ ਨੇ 2 ਲੈਣ, ਕਹਿੰਦੇ ਉਹਨੂੰ ਇਸ਼ਾਰਾ ਕਰਤਾ, ਉਹ ਸੈਂਕੜੇ ਦਾ ਉਹਨਾਂ ਤਾਂ ਗੂੰਜਾਂ ਪਾਤੀਆਂ, ਉਹ ਹੁਣ ਖੜੇ ਨੇ ਵੀ ਕਦੋਂ ਇਹ ਰਾਮ ਰਾਮ ਤੋਂ ਹਟਣ ਤੇ ਅਸੀਂ ਅੰਦਰ ਜਾਈਏ ਤੇ ਇਹਨੂੰ ਚੱਕ ਕੇ ਲਿਆਈਏ। ਅੱਗੋਂ ਵੀ ਪੂਰਨ ਸੀ ਬੀਬੀ ਵੀ, ਉਹਨਾਂ ਨੂੰ ਟਾਈਮ ਮਿਲਿਆ ਹੁੰਦਾ ਵੀ ਇੰਨੇ ਸਮੇਂ ਤੁਸੀਂ ਵਾਪਸ ਆਉਣਾ। ਉਹ 10-12 ਮਿੰਟ ਖੜੇ ਰਹੇ, ਇੰਨੇ ਚਿਰ ਉਹਨਾਂ ਦਾ ਸਮਾਂ ਹੋ ਗਿਆ, ਉਹ ਵਾਪਸ ਚਲੇ ਗਏ। ਉਹਨੇ ਇਸ਼ਾਰਾ ਕੀਤਾ ਰੁਕ ਕੇ, ਕਹਿੰਦੇ ਲੈ ਕਾਕਾ ਤੇਰਾ ਜਿਹੜਾ ਸਮਾਂ ਸੀ ਉਹ ਲੰਘ ਗਿਆ, ਹੁਣ ਤੇਰੀ ਲੰਮੀ ਉਮਰ ਹੋਵੇਗੀ, ਜਾਓ ਘਰ ਨੂੰ। ਇਹ ਹੈ, ਇਹ ਸਾਧੂਆਂ ਦੇ ਬਚਨਾਂ 'ਚ ਬੜੀ ਤਾਕਤ ਹੁੰਦੀ। ਅਤੇ ਨਾਲ ਜਿਹੜਾ ਮੈਂ ਗੱਲ ਸਮਝਾਉਣੀ ਸੀ, ਸਿਮਰਤ ਰਾਮ ਨਾਹੀ ਜਮ ਮਾਰ, ਨਾਮ ਜਪਨੇ ਜਮਦੂਤ ਨਹੀਂ ਮਾਰ ਸਕਦੇ, ਕੁੱਟ ਮਾਰ ਨਹੀਂ ਸਕਦੇ। ਹਾਂ ਧਰਮ ਰਾਏ ਕੇ ਦੂਤ ਨਾ ਜੋ ਹੈ, ਇਹ ਜੋ ਹੈ ਨਹੀਂ ਸੁਣ ਬਣਾ ਖਿਆਲ ਰੱਖਣਾ। ਧਰਮ ਰਾਏ ਕੇ ਦੂਤ ਬਹੁਵਚਨ, ਜੋ ਹੈ ਇੱਕ ਵਚਨ ਹੁੰਦਾ ਹੈ, ਜੋ ਹੈ ਬਹੁਵਚਨ ਹੁੰਦਾ ਹੈ। ਧਰਮ ਰਾਏ ਦੇ ਜਮਦੂਤ ਉਹਨਾਂ ਵੱਲ ਵੇਖ ਹੀ ਨਹੀਂ ਸਕਦੇ, ਨਾਮ ਜਪਣ ਵਾਲਿਆਂ ਵੱਲ। ਜੋੜਾ ਹੁੰਦਾ ਮਾੜੀ ਨੀਤ ਨਾ ਵੇਖਣਾ ਕਿਸੇ ਨੂੰ ਵੀ ਕਦੋਂ ਮੇਰੇ ਅੜਿੱਕਿਆ ਵੀ ਮੈਂ ਇਸ ਨੂੰ ਮਾਰਾਂ। ਤੁਸੀਂ ਕਦੇ 2 ਪਹਿਲਵਾਨਾਂ ਨੂੰ ਘੁਲਣ ਵੇਲੇ ਵੇਖਣਾ, ਉਹ ਇੱਕਦਮ ਨਹੀਂ ਢਾਉਣ ਲੱਗਦੇ ਇੱਕ ਦੂਜੇ ਨੂੰ, ਨਾ ਉਹਨੂੰ ਇੱਕ ਦੂਜੇ ਜੋਂਦੇ ਨੇ, ਉਹ ਉਹਨੂੰ ਕਰਦਾ ਉਹਨੂੰ ਕਰਦਾ। ਹਾਂਜੀ ਹੌਲੀ ਹੌਲੀ ਫਿਰ ਜਿਹੜਾ ਜਦੋਂ ਦਾਅ ਲੱਗਦਾ ਚੱਕ ਥੱਲੇ ਸੁੱਟ ਲੈਂਦੇ ਨੇ। ਜੋੜਾ ਹੁੰਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਤੱਕਣਾ, ਅਤੇ ਜਮਦੂਤਾਂ ਨੂੰ ਚੱਕ ਕੇ ਲਿਜਾਣਾ ਹੁੰਦਾ। ਇਸ ਲਈ ਜਮਦੂਤ ਜਿਹੜੇ ਨੇ ਧਰਮਰਾਜ ਦੇ ਜਮਦੂਤ ਨਾਮ ਜਪਣੇ ਵੱਲ ਵੇਖਦੇ ਹੀ ਨਹੀਂ ਹੈਗੇ। ਮਾਇਆ ਮਗਨ ਨਾ ਕਛੂ ਹੈ ਮੋਹ ਹੈ, ਉਹਨਾਂ ਨੂੰ ਮਾਇਆ ਦਾ ਕੋਈ ਅਸਰ ਨਹੀਂ ਉਹਨਾਂ 'ਤੇ ਹੁੰਦਾ। ਸਾਡੇ 'ਤੇ ਮਾਇਆ ਦਾ ਅਸਰ ਹੈ, ਅਸੀਂ ਨਾਮ ਜਪਣਾ ਛੱਡ ਦਿੰਦੇ ਹਾਂ। ਉਹਨਾਂ 'ਤੇ ਮਾਇਆ ਦਾ ਮੋਹ ਜਿਹੜਾ ਕੋਈ ਅਸਰ ਨਹੀਂ ਕਰਦਾ, ਉਹ ਨਾਮ 'ਚ ਮਗਨ ਰਹਿੰਦੇ ਨੇ। ਮਾਇਆ ਦਾ ਮੋਹ ਉਹਨਾਂ 'ਤੇ ਕੋਈ ਅਸਰ ਨਹੀਂ ਕਰਦਾ। ਉਧਰੈ ਆਪ ਤਰੈ ਸੰਸਾਰ, ਰਾਮ ਨਾਮ ਜਪ ਏਕ ਓਂਕਾਰ। ਉਹ ਪਰਮਾਤਮਾ ਦਾ ਨਾਮ ਜਪਦੇ ਨੇ, ਉਧਰੈ ਆਪ ਉਹਨਾਂ ਦਾ ਆਪਣਾ ਵੀ ਪਾਰ ਉਤਾਰਾ ਹੋ ਜਾਂਦਾ। ਤਰੈ ਸੰਸਾਰ, ਫਿਰ ਜਿਹੜੇ ਲੋਕ ਉਹਨਾਂ ਦੀ ਸੰਗਤ ਕਰਦੇ ਨੇ ਉਹ ਵੀ ਤਰ ਜਾਂਦੇ ਨੇ। ਜਿਹੜਾ ਨਾਮ ਜਪਦਾ ਉਹਨੇ ਤਾਂ ਤਰਨਾ ਹੀ ਤਰਨਾ। ਜਿਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਨਾਲ ਉਹਨਾਂ ਦੇ ਸਨ ਸੰਗੀ ਉਹ ਵੀ ਛੁੱਟ ਗਏ, ਉਹ ਵੀ ਛੁੱਟ ਗਏ। ਨਾਮ ਜਪਣ ਵਾਲਾ ਆਪ ਤੇ ਤਰਦਾ ਹੀ ਹੈ, ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰ ਦਿੰਦਾ ਹੈ। ਘਰ 'ਚ ਇੱਕ ਵੀ ਨਾਮ ਜਪਣ ਵਾਲਾ ਹੁੰਦਾ ਬਹੁਤ ਹੁੰਦਾ, ਸਾਰੇ ਪਰਿਵਾਰ ਦਾ ਭਲਾ ਹੋ ਜਾਂਦਾ। ਅਸੀਂ ਸਵਾਰਥੀ ਨਹੀਂ ਵੀ ਮੈਂ ਤਾਂ ਇਕੱਲਾ, ਮੈਂ ਤਾਂ ਆਪਣੇ ਭਲੇ ਲਈ ਮੰਗ ਸਕਦਾ, ਗੱਲ ਖਤਮ ਹੋ ਗਈ। ਅਗਰ ਮੇਰੀ ਘਰ ਵਾਲੇ ਹੁੰਦੇ ਮੇਰਾ ਭਰਾ, ਫਿਰ ਮੈਂ ਆਪਣੇ ਲਈ ਇਕੱਲੇ ਲਈ ਥੋੜ੍ਹੇ ਮੰਗਣਾ ਸੀ, ਫਿਰ ਆਪਣੀ ਘਰ ਵਾਲੇ ਲਈ ਵੀ ਤਾਂ ਮੰਗਣਾ ਸੀ, ਬੱਚਿਆਂ ਦੀ ਸੁੱਖ ਸਾਂਦ ਵੀ ਤਾਂ ਮੰਗਣੀ ਸੀ ਨਾ। ਨਾਮ ਇੱਕ ਜਪ ਰਿਹਾ, ਭਲਾ ਦੂਜੇ ਸਾਰਿਆਂ ਦਾ ਹੋ ਰਿਹਾ ਹੈ। ਘੱਟ ਤੋਂ ਘੱਟ ਇੱਕ ਬੰਦਾ ਜ਼ਰੂਰ ਚਾਹੀਦਾ ਹੈ।
ਹੌਲੀ ਬੱਚਿਆਂ ਨੂੰ ਲਾਓ। ਛੋਟੀ ਉਮਰ 'ਚ ਨਾ ਯਾਦ ਸ਼ਕਤੀ ਬਹੁਤ ਹੁੰਦੀ ਹੈ, ਤੁਹਾਨੂੰ ਸਾਰਿਆਂ ਨੇ ਇਸ ਗੱਲ ਦਾ ਤਜਰਬਾ ਹੈ। 18 ਸਾਲ ਤੱਕ ਸਾਡੀ ਯਾਦ ਸ਼ਕਤੀ ਵੱਧਦੀ ਰਹਿੰਦੀ ਹੈ। ਉਸ ਤੋਂ ਬਾਅਦ ਫਿਰ ਇਹ 30 ਸਾਲ ਤੱਕ ਇੱਕ ਸਾਰ ਰਹਿੰਦੀ ਹੈ। 30 ਸਾਲ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿੰਨਾ ਰੱਟਾ ਬੱਚਿਆਂ ਦਾ ਤੇਜ਼ ਹੁੰਦਾ ਇੰਨਾ ਸਾਡਾ ਨਹੀਂ ਹੋ ਸਕਦਾ। ਅਸੀਂ ਜਿਹੜੀ ਥੋੜ੍ਹੀ ਬਹੁਤੀ ਬਾਣੀ ਵਿੱਚ ਮੂੰਹ ਜਵਾਨੀ ਬੋਲਦੇ ਹਾਂ, ਇਹ ਤਾਂ ਜਵਾਨੀ ਵੇਲੇ ਦੇ ਰਟੇ ਹੋਏ ਨੇ। ਹੁਣ ਨਹੀਂ ਯਾਦ ਹੁੰਦੀ। ਹੁਣ ਤਾਂ ਕਥਾ ਕਰਦੇ ਵਿੱਚ ਗੱਲ ਭੁੱਲ ਜਾਂਦੀ ਹੈ। ਫਿਰ ਮੈਂ ਵੇਖਦਾ ਪੁਰਾਣੇ ਬੰਦੇ ਅੱਗੇ ਦੱਸਦੇ ਨਾ, ਜਾਂ ਉਹ ਗੱਲ ਨਾ ਲੰਮੀ ਕਰ ਲਓ, ਫਿਰ ਸਮਝ ਜਾਂਦਾ ਅਗਲਾ ਵੀ ਬਾਬਾ ਜੀ ਇਹ ਭੁੱਲ ਰਹੇ ਨੇ ਅੱਗੇ, ਵਿੱਚੋਂ ਫਿਰ ਕੋਈ ਨਾ ਕੋਈ ਬੋਲ ਕੇ ਪੂਰਾ ਕਰ ਦਿੰਦਾ ਉਸਨੂੰ। ਫਿਰ ਕਰਨਾ ਕਿਉਂ? ਇੱਕ ਤਾਂ ਮੈਨੂੰ ਪਤਾ ਮੈਂ ਆਹ ਬੋਲਣਾ, ਉਹ 'ਤੇ ਕੋਈ ਗੱਲ ਨਹੀਂ ਹੈਗੀ। ਜਿੱਥੇ ਅਚਾਨਕ ਮੈਂ ਕੋਈ ਘਟਨਾ ਸੁਣਾਉਣੀ ਹੈ, ਉਹ 'ਤੇ ਕੋਈ ਨਾ ਕੋਈ ਗੱਲ ਭੁੱਲ ਸਕਦੀ ਹੈ, ਫਿਰ ਉਹਦੇ ਵਿੱਚ ਤੁਸੀਂ ਹੈਲਪ ਕਰ ਦਿੰਦੇ ਹੋ। ਕੌਣ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਆ ਨਹੀਂ ਰਹਿ ਗਿਆ, ਤੁਹਾਨੂੰ ਉਹਦਾ ਫਿਰ ਤੁਸੀਂ ਪੂਰਾ ਕਰ। ਸਿਆਣਪ ਵੀ ਇਹੀ ਹੁੰਦੀ ਹੈ, ਸਿਆਣਪ ਵੀ ਇਹੀ ਹੁੰਦੀ ਹੈ, ਤਾਂ ਜੋ ਗੱਲ ਲਗਾਤਾਰ ਚੱਲਦੀ ਰਹੇ, ਦੂਜਾ ਹੈਲਪ ਕਰ ਦਿੰਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਹੈ ਆਪ ਵੀ ਤਰਦਾ ਅਤੇ ਦੂਜਿਆਂ ਨੂੰ ਵੀ ਤਾਰਦਾ ਹੈ। ਕਿਉਂਕਿ ਇਸ ਲਈ ਛੋਟੇ ਬੱਚਿਆਂ ਨੂੰ ਹੌਲੀ ਹੌਲੀ ਲਾਓ। ਪਰ ਸੁਣੋ ਮੇਰੀ ਗੱਲ, ਮਾਇਆ 'ਚ ਬੜੀ ਜ਼ਿਆਦਾ ਸ਼ਕਤੀ ਹੈ। ਹੁਣ ਗੱਲ ਹੈ ਬਈ ਇੱਕ ਪੌੜੀ ਸੁਣਾਏਗਾ 1 ਰੁਪਈਆ ਮਿਲੂ। ਮੈਂ ਕਹਿੰਦਾ ਜੇ 5 ਰੁਪਈਏ ਦੇ ਕੇ ਵੀ ਇੱਕ ਪੌੜੀ ਯਾਦ ਕਰ ਤਾਂ ਵੀ ਸਾਨੂੰ ਲਾਭ ਹੈ। 40 ਪੌੜੀਆਂ ਨੇ, ਰੁਪਈਏ 200 ਹੈ। 200 ਰੁਪਏ 'ਚ ਤੁਹਾਡਾ ਬੱਚਾ ਜਪਜੀ ਸਾਹਿਬ ਮੂੰਹ ਜ਼ਬਾਨੀ ਯਾਦ ਕਰ ਲਏਗਾ, ਉਹਨੂੰ ਸਦਾ ਲਈ ਲਾਭ ਹੈ, ਸਾਰੀ ਉਮਰ ਲਈ। ਪਹਿਲਾਂ ਉਹਨੂੰ ਜਪਜੀ ਸਾਹਿਬ 1, ਰਹਿ ਰਾਸ 2 ਅਤੇ ਸੋਹਲੇ ਸਦਾ ਪਾਠ ਯਾਦ ਕਰਾਓ ਕਿ ਲੈ ਭਾਈ ਜਿੰਨਾ ਚਿਰ ਤੂੰ ਪੜ੍ਹਾਈ ਕਰਦਾ ਨਾ ਇਹਨੇ ਬਸ ਸਵੇਰੇ ਇੰਨਾ ਪਾਠ ਕਰ ਲੇਗਾ। ਸਵੇਰੇ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲੇ ਜਾਇਆ ਕਰ, ਰਾਤ ਰੋਟੀ ਖਾਣ ਤੋਂ ਪਹਿਲਾਂ ਰਹਿ ਰਾਸ ਦਾ ਪਾਠ ਕਰ, ਸੌਣ ਵੇਲੇ ਸੋਹਲੇ ਸਦਾ ਪਾਠ ਕਰ। ਪਹਿਲਾਂ ਇਹ 3 ਬਾਣੀ ਯਾਦ ਕਰੋ, ਪੈਸੇ ਦੇ ਕੇ ਯਾਦ ਕਰੋ। ਮਾਇਆ 'ਚ ਬੜੀ ਤਾਕਤ ਹੈ। ਮਾਇਆ ਦੇ ਕੇ ਤੁਸੀਂ ਝਾੜੂ ਫਰਾਲੇ ਦੇ ਪੋਚੇ ਫਰਾਲੇ ਦਿਓ ਕਿ ਨਹੀਂ? ਅਤੇ ਮਾਇਆ ਕਰੂ ਬੱਚੇ ਨੂੰ ਪੈਸੇ ਦਿਓ। ਮੈਂ ਕਹਿੰਦਾ ਬਜਾਏ ਤੁਸੀਂ ਨੌਕਰਾਣੀਆਂ ਲਾਉਣ ਨਾਲੋਂ ਆਪਣੇ ਬੱਚੇ ਨੂੰ ਪੈਸੇ ਦੇ ਦਿਓ ਬਚਪਨ ਤੋਂ ਹੀ। ਲੈ ਝਾੜੂ ਫੇਰ ਵੀ ਤੂੰ, ਚੱਲ ਵੀ ਪੋਚਾ ਫੇਰ, ਚੱਲ ਵੀ ਤੂੰ ਕੱਪੜੇ ਧੋ, ਤੈਨੂੰ ਇੰਨੇ ਪੈਸੇ ਮਿਲਣਗੇ। ਉਹਨਾਂ ਨੂੰ ਕਬ ਲੈ ਲਓ। ਘਰ ਦੇ ਜੀ ਹੀ ਕਰੀ ਜਾਣਗੇ, ਪੈਸਾ ਫਿਰ ਵੀ ਘਰ 'ਚ ਹੀ ਰਹੂ। ਪੈਸਾ ਤੁਹਾਡੇ ਬੱਚੇ ਕੋਲ ਹੀ ਰਹੂਗਾ, ਚਾਹੇ ਉਹ ਸਮੋਸੇ ਖਾ ਲੈ ਚਾਹੇ ਕੁਛ ਖਾ ਲੈ। ਉਂਝ ਵੀ ਤੁਹਾਡੇ ਲੈ ਕੇ ਖਾਣੇ ਹੀ ਨੇ। ਵੈਸੇ ਵੀ ਤੁਹਾਡੇ ਬੱਚੇ ਤੁਹਾਡੇ ਪੈਸੇ ਲੈ ਕੇ ਸਮੋਸੇ ਖਾਣੇ, ਚਾਂਪਾਂ ਖਾਣੀਆਂ, ਪਤਾ ਨਹੀਂ ਕੀ ਕੁਛ ਅੱਜ ਕੱਲ੍ਹ ਆ ਗਿਆ, ਮੈਨੂੰ ਤਾਂ ਨਾਂ ਨਹੀਂ ਆਉਂਦੇ। ਇੱਕ ਮੈਨੂੰ ਬੀਬੀ ਕਹਿੰਦੇ ਇਨਕਮ ਟੈਕਸ ਵਾਲੇ ਪਤਾ ਨਹੀਂ CA ਤੇ ਦਫ਼ਤਰ 'ਚ, ਉਹ ਜੀ ਜਿਹੜਾ ਹੈ ਉਹ ਪਤਾ ਨਹੀਂ ਕੀ ਇੱਕ ਤੁਹਾਡੇ 'ਤੇ ਭਰਵਾਇਆ ਸੀ ਜੀ ਈਮੇਲ ਦਾ ਨੰਬਰ। ਮੈਂ ਜੋ ਕੀ ਬਲਾ ਹੁੰਦੀ ਹੈ। ਮੈਂ ਦੂਜਿਆਂ ਨੂੰ ਮੈਂ ਕਹਿੰਦਾ ਮੇਰੇ ਕੋਲ ਕੋਈ ਇਹ ਨੰਬਰ ਨਹੀਂ ਹੈਗਾ, ਦੂਜਿਆਂ ਨੇ ਪੁੱਛਣਾ ਉਹਨਾਂ ਕੋਲ ਹੈ ਤਾਂ ਮੈਂ ਲਿਖਾ ਕੇ ਤੁਹਾਨੂੰ ਭੇਜ ਦਿਆਂਗਾ। ਮੇਰੇ ਤਾਂ ਮੇਰਾ ਬਾਕੀ ਸਾਰਾ ਕੋਲ ਹੈਗਾ ਸੀ। ਸੋ ਇਸ ਲਈ ਉਹ ਸਿੱਖਣ ਦੀ ਕੋਸ਼ਿਸ਼ ਕਰੀ। ਹੁਣ ਕਬਰ 'ਚ ਲੱਤਾਂ ਨੇ ਕੀ ਇਹਨਾਂ ਨੂੰ ਸਿੱਖ ਕਰਨਾ, ਠੀਕ ਗੁਜ਼ਾਰੇ ਜਗ੍ਹਾ ਹੋ ਗਿਆ। ਉਹ ਭਰਾ ਆਇਆ, ਮੈਂ ਉਹਨੂੰ ਕਿਹਾ ਇੱਕ ਨੰਬਰ ਫੀਡ ਕਰ ਦੇ। ਉਹ ਨੰਬਰ ਫੀਡ ਕਰਤਾ, ਕਿਤੇ ਗਲਤ ਬਟਨ ਦੱਬੇ ਗਿਆ, ਉਹ ਮੇਰੇ ਸਾਰੇ ਉੱਡ ਗਏ। ਮੈਂ ਹੁਣ ਟੈਲੀਫੋਨ ਕਰਨਾ ਸੀ, ਕਰਾਂ ਕਿ ਉਹਨੂੰ ਨੰਬਰ ਹੀ ਨਹੀਂ ਕੋਈ ਰਿਹਾ। ਬੜਾ ਔਖਾ ਹੋ ਗਿਆ। ਇਹਨੇ 'ਚ ਨਾ ਜੈਬ ਸਿੰਘ ਜੀ ਆ ਗਏ। ਮੈਂ ਯਾਰ ਤੂੰ ਗਾਂਧੀ ਨੂੰ ਨਾ ਕਰੀ ਟੈਲੀਫੋਨ, ਇਹ ਜਵਾਕਾਂ ਨੂੰ ਸਾਰਾ ਗਿਆਨ ਹੁੰਦਾ। ਉਹਨੇ ਟੈਲੀਫੋਨ ਕੀਤਾ, ਉਹਦੇ ਮੋਬਾਈਲ 'ਤੇ ਮੈਂ ਬੋਲੇਗਾ। ਮੈਂ ਕਿਹਾ ਯਾਰ ਆਹ ਗੱਲ ਹੋ ਗਈ। ਕਹਿੰਦਾ ਜੀ ਐਂ ਕਰੋ, ਇਹ 'ਚ ਨਾ ਆਈ ਕਲਾਊਡ ਜਿਹਾ ਇੱਕ ਸ਼ਬਦ ਆਵੇਗਾ ਉੱਪਰ ਬਰੀਕ ਜਿਹਾ। ਹਾਂ ਮੈਂ ਆ ਗਿਆ। ਉਹਦੇ ਉੱਤੇ ਇੱਕ ਡਨ ਆਏਗਾ। ਮੈਂ ਹਾਂ ਉਹ ਵੀ ਆ ਗਿਆ। ਪਹਿਲਾਂ ਕਹਿੰਦਾ ਆਈ ਕਲਾਊਡ ਦੱਬੋ, ਉਹਦੇ ਬਾਅਦ ਡਨ ਦੱਬ ਦਿਓ, ਸਾਰੇ ਆ ਜਾਣਗੇ, ਸਾਰੇ ਆ ਜਾਣਗੇ। ਮੈਂ ਲੈ ਵੀ ਪਹਿਲਾਂ ਮੈਂ ਸੋਚਿਆ ਲੈ ਨੰਬਰ ਹੀ ਉੱਡ ਗਏ। ਕਹਿੰਦਾ ਨਹੀਂ ਜੀ ਜੇ ਆਪਾਂ ਡਿਲੀਟ ਸ਼ਬਦ ਦੱਬੀਏ ਨਾ ਫਿਰ ਉੱਡਦੇ ਨੇ, ਨਹੀਂ ਇਹ ਅੰਦਰ ਹੀ ਰਹਿ। ਸਾਰਾ ਕੁਝ ਇਹ 'ਚ ਬੜਾ ਕੁਛ ਕਦੇ ਹੁੰਦਾ ਹੈ, ਲੋੜ ਅਨੁਸਾਰ ਜੋ ਮਰਜ਼ੀ 'ਚੋਂ ਕੱਢ ਲਓ। ਮੈਂ ਯਾਰ ਮੇਰੇ ਕੋਲ ਚੰਗਾ ਭਲਾ 10,000 ਦਾ ਫੋਨ ਸੀ, ਕੋਈ ਦਿੱਕਤ ਨਹੀਂ। 55,000 ਦਾ ਲੈਤਾ, ਇਹ ਤਾਂ ਮੇਰੇ ਲਈ ਵਕਤ ਖੜਾ ਹੋ ਗਿਆ ਹੈ। ਮੈਨੂੰ ਇਹਦੀ ਲੋੜ ਤਾਂ ਕੋਈ ਹੈ ਨਹੀਂ ਹੈਗੀ।
ਪਰ ਚਲੋ ਬੱਚਿਆਂ ਨੂੰ ਹੁੰਦਾ ਵੀ ਹਾਂ ਜੀ ਬਾਬਾ ਜੀ ਕੋਲ ਮਹਿੰਗਾ ਹੋਣਾ ਚਾਹੀਦਾ, ਚੰਗਾ ਭਾਈ ਤੁਹਾਡੀ ਮਰਜ਼ੀ। ਸੋ ਜਿਹੜਾ ਆਪ ਨਾਮ ਜਪਦਾ ਉਹ ਆਪ ਤੇ ਤਰਦਾ ਹੀ ਹੈ, ਆਪਣੇ ਪਰਿਵਾਰ ਨੂੰ ਦੂਜਿਆਂ ਨੂੰ ਵੀ ਤਾਰਦਾ ਹੈ। ਇਸ ਲਈ ਬੱਚਿਆਂ ਨੂੰ ਸਹਾਇਆ ਕਰੋ। ਲਾਲਚ ਵਿੱਚ ਆ ਕੇ, ਭਾਵੇਂ ਲਾਲਚ ਬੁਰੀ ਬਲਾ ਹੈ, ਪਰ ਸ਼ੁਭ ਕੰਮ ਲਈ ਲਾਲਚ ਦਿੱਤਾ ਜਾ ਰਿਹਾ। ਸ਼ੁਭ ਕੰਮ ਲਈ ਪੈਸੇ ਦੇਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਪੈਸੇ ਦੇ ਦੇ ਕੇ, ਲਾਲਚ ਦੇ ਦੇ ਕੇ ਬੱਚੇ ਨੂੰ ਆਪਣੀ ਬਾਣੀ ਸਿਖਾ ਲਓ। ਬਚਪਨ 'ਚ ਛੇਤੀ ਯਾਦ ਨਹੀਂ, ਜਿਵੇਂ ਛੁੱਟੀਆਂ ਆ ਗਈਆਂ ਨੇ ਮੰਨ ਲਓ, ਉਦੋਂ ਤੁਸੀਂ ਕਹਿ ਸਕਦੇ ਹੋ ਉਹਨੇ ਛੁੱਟੀਆਂ ਜਿਹੜੀ ਹੈ ਸਗੋਂ ਸਹੀ ਵਰਤੋਂ ਹੋ ਜਾਏਗੀ, ਉਹ ਬਾਣੀ ਯਾਦ ਕਰ ਲੈਣਗੇ। ਫਿਰ ਜੋ ਜੋ ਵੱਡੇ ਹੋਈ ਜਾਣਗੇ, ਜਬ ਜਾਪ ਸਾਹਿਬ ਤੋਂ ਬਿਨਾਂ ਬਾਕੀ ਬਾਣੀ ਫਿਰ ਯਾਦ ਕਰੇ, ਪਹਿਲਾਂ ਉਹ ਕਰਾ ਲਓ, ਅਖੀਰ 'ਤੇ ਜਾਪ ਸਾਹਿਬ ਕਰਾ ਕੇ ਨਿਤਨੇਮ ਪੂਰਾ ਹੋ ਗਿਆ, ਲੈ ਵੀ ਸੱਜਣਾ ਹੁਣ ਤਾਂ ਸਾਰੀ ਉਮਰ ਮੌਜ ਕਰ। ਇਹ ਬਹੁਤ ਵੱਡਾ ਪਰਉਪਕਾਰ ਹੁੰਦਾ ਹੈ। ਇਹ ਉਹੀ ਕਰ ਸਕਦੇ ਜਿਹੜੇ ਆਪ ਮਾਂ ਪਿਓ ਭਜਨ ਬੰਦਗੀ ਕਰਦੇ ਨੇ। ਜਿਹੜੇ ਵਿਚਾਰੇ ਆਪ ਹੀ ਅਨਪੜ੍ਹ ਟੋਲਾ ਹੈ ਜਾਂ ਭਜਨ ਬੰਦਗੀ ਕਰਦੇ, ਉਹਨਾਂ ਬੱਚਿਆਂ ਨੂੰ ਫਿਰ ਅੱਗੇ ਕੀ ਕਰਨਾ ਕਰਾਉਣਾ ਹੈ। ਹਾਂ, ਬੱਚੇ ਦੀ ਹੀ ਕਿਸਮਤ ਤੇਜ਼ ਹੋਵੇ, ਉਹ ਆਉ ਜਾਂਦੇ ਨੇ, ਹੋਏ ਪੜ੍ਹ ਪੁੜ ਲੈਂਦੇ। ਬੱਚੇ ਦੀ ਆ ਕੇ ਆਪਣੀ ਆਪਣੀ ਕਿਸਮਤ ਹੈ। ਸੋ ਗੁਰੂ ਮਹਾਰਾਜ ਕਹਿੰਦੇ ਆਪ ਕਮਾਓ ਅਵਰਾਂ ਉਪਦੇਸ਼, ਰਾਮ ਨਾਮ ਹਿਰਦੈ ਪ੍ਰਵੇਸ਼। ਕਹਿੰਦੇ ਆਪ ਨਾਮ ਦੀ ਕਮਾਈ ਕਰੋ, ਅਵਰਾਂ ਉਪਦੇਸ਼, ਦੂਜਿਆਂ ਨੂੰ ਉਪਦੇਸ਼ ਦਿਓ, ਭਾਈ ਤੁਸੀਂ ਵੀ ਨਾਮ ਦੀ ਕਮਾਈ ਕਰੋ, ਤੁਸੀਂ ਵੀ ਕਰੋ। ਸਵਾਰਥੀ ਨਹੀਂ ਹੋਣਾ ਵੀ ਆਪਾਂ ਨੇ ਕੀ ਲੈਣਾ, ਆਪਣਾ ਜਪੀ ਜਾਓ, ਨਹੀਂ। ਡੂ ਗੁੱਡ ਫਾਈਂਡ ਗੁੱਡ। ਜਦੋਂ ਅਸੀਂ ਦੂਜਿਆਂ ਦਾ ਭਲਾ ਕਰਦੇ, ਸਾਡਾ ਭਲਾ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ, ਆਪਣੇ ਆਪ ਹੀ ਭਲਾ ਹੁੰਦਾ ਰਹਿੰਦਾ। ਸੋ ਆਪ ਵੀ ਨਾਮ ਜਪਣਾ, ਦੂਜੇ ਨੂੰ ਪ੍ਰੇਰਨਾ। ਕੋਈ ਨਹੀਂ ਜਪਦਾ ਉਹਦੀ ਮਰਜ਼ੀ, ਅਸੀਂ ਲੜਨਾ ਕਿਸੇ ਨਾਲ ਥੋੜ੍ਹਾ ਹੀ ਹੈ, ਅਸੀਂ ਪ੍ਰੇਰਨਾ ਹੈ। ਕਈ ਵਾਰੀ ਅਗਲਾ ਮੰਨ ਲੈਂਦਾ ਹੈ, ਜਿਵੇਂ ਕਹਿੰਦਾ ਮੈਂ ਨਹੀਂ ਬਾਬਾ ਬੂਬਾ ਨੂੰ ਮੰਨਦਾ, ਉਹ ਕਹਿੰਦਾ ਯਾਰ ਤੂੰ ਅਮਰੀਕਾ ਬੈਠਾ ਹੈ, ਬਾਬਾ ਜੀ ਬੈਠਿਆ ਇੰਡੀਆ 'ਚ, ਨਾ ਤੂੰ ਉਹਨਾਂ ਨੂੰ ਵੇਖਿਆ ਨਾ ਉਹਨਾਂ ਤੈਨੂੰ ਵੇਖਿਆ, ਉਹ ਮੰਨਣ ਵਾਲੀ ਇਹ 'ਚ ਕਿਹੜੀ ਗੱਲ ਹੈ। ਤੂੰ ਉਹਨਾਂ ਤੋਂ ਸ਼ਬਦ ਲੈ, ਤੇ ਸ਼ਬਦ ਤੋਂ ਪਾਠ ਕਰ, ਜਿਹੜੇ ਤੇਰਾ ਕੰਮ ਹੋ ਗਿਆ ਤੇ ਲੱਗਾ ਰਹੀ, ਨਾ ਹੋਇਆ ਛੱਡ ਦੇ, ਬਸ ਉਹਦਾ ਹੋ ਗਿਆ, ਚੱਲ ਸੋ ਚੱਲ। ਫਿਰ ਮੰਨਣ ਵਾਲੀ ਤਾਂ ਐਸੀ ਕੋਈ ਗੱਲ ਨਹੀਂ। ਮੈਂ ਤਾਂ ਕਿਸੇ ਨੂੰ ਕਹਿੰਦਾ ਵੀ ਹਾਂ ਮੈਨੂੰ ਕਹੋਗੇ ਆ ਕੇ ਭਾਈ ਗੋਡੀਆਂ ਹੱਥ ਲਓ, ਪੈਰੀਂ ਹੱਥ ਲਓ, ਠੀਕ ਹੈ। ਆਪਣੇ ਬੱਚੇ ਨੇ, ਬੱਚੇ ਸਤਿਕਾਰ ਕਰਦੇ ਨੇ, ਕੋਈ ਮੇਰਾ ਸਤਿਕਾਰ ਕਰਦੇ, ਮੈਨੂੰ ਵੱਡਾ ਸਮਝਦੇ ਨੇ, ਸਭ ਕੁਝ ਕਰਦੇ। ਜਾ ਕੈ ਮਾਥੈ ਇਹ ਨਿਧਾਨ, ਸੋਈ ਪੁਰਖ ਜਪੈ ਭਗਵਾਨ। ਹੁਣ ਨਾਮ ਕੌਣ ਜਪੂਗਾ? ਜਿਹਦੇ ਮੱਥੇ 'ਤੇ ਲਿਖਿਆ ਤੇਰੇ ਕੋਲ ਨਾਮ ਧਨ ਹੋਊ, ਉਹ ਕਹਿੰਦਾ ਨਾਮ ਜਪੂ। ਜਿਹਦੇ ਮੱਥੇ 'ਤੇ ਲਿਖਿਆ ਹੀ ਨਹੀਂ ਹੈ, ਸਤਿ ਸ੍ਰੀ ਅਕਾਲ। ਇੱਕ ਕਹਿੰਦਾ ਬਈ ਚਲੋ ਜੀ ਮੈਂ ਹੈ ਤਾਂ ਗੁਰਸਿੱਖ, ਦਾੜੀ ਮੈਂ ਬੰਨ੍ਹ ਕੇ ਰੱਖਦਾ, ਕੋਈ ਉੱਤੋਂ ਦੀ ਮੈਂ ਕਿਰਪਾਨ ਨਹੀਂ ਪਾਉਂਦਾ। ਮੈਂ ਕਿਤੇ ਲੰਗਰ ਛਕ ਰਿਹਾ ਸੀ, ਇੱਕ ਖੁੱਲ੍ਹੀ ਦਾੜੀ ਵਾਲਾ ਗੁਰਮੁਖ ਪਿਆਰਾ ਅੰਮ੍ਰਿਤਧਾਰੀ ਉਹ ਲੰਗਰ ਵਰਤਾ ਰਿਹਾ ਸੀ। ਉਹ ਮੈਨੂੰ ਵੇਖ ਕੇ ਆਇਆ ਮੇਰੇ ਕੋਲ, ਇੱਕਦਮ ਮੇਰੇ ਪੈਰਾਂ ਨੂੰ ਹੱਥ ਲਾ ਕੇ ਫਿਰ ਉੱਪਰ ਲੰਗਰ ਵਰਤਾਉਣ ਲੱਗ ਪਿਆ। ਕਹਿੰਦੇ ਬਾਬਾ ਜੀ ਇਹ ਕੀ ਗੱਲ ਹੈ? ਮੈਂ ਪਾਈ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਉਹਨੇ ਵੇਖਿਆ ਵੀ ਇਹ ਭਜਨ ਬੰਦਗੀ ਕਰਨ ਵਾਲਾ ਬੰਦਾ ਹੈ ਅਤੇ ਇਹ ਕਿਸੇ ਵੇਲੇ ਕੁਝ ਪ੍ਰਾਪਤ ਕਰ ਸਕਦਾ ਹੈ। ਮੈਂ ਤਾਂ ਤੇਰਾ ਸਤਿਕਾਰ ਕਰਕੇ ਗਿਆ। ਮੈਂ ਲੱਗਾ ਰਹਿ ਤੂੰ। ਸੋ ਜਾ ਕੇ ਮਾਥੈ ਇਹ ਨਿਧਾਨ, ਸੋਈ ਪੁਰਖ ਜਪੈ ਭਗਵਾਨ। ਜਿਹਦੇ ਮੱਥੇ 'ਤੇ ਨਾਮ ਧਨ ਲਿਖਿਆ ਹੈ ਨਾ, ਉਹੀ ਵਿਅਕਤੀ ਨਾਮ ਜਪਦਾ ਹੈ। ਫਿਰ ਤੁਸੀਂ ਕੋਈ ਜੀ ਕਹਿਣ ਦਾ ਕੀ ਫਾਇਦਾ? ਜਿਹਦੇ ਲਿਖਿਆ ਆਪੇ ਜਪ ਲੂਗਾ? ਨਹੀਂ, ਪਰਮਾਤਮਾ ਨੇ ਵਿਧ ਬਣਾਉਣੀ ਹੈ। ਜੇ ਮੈਂ ਤੁਹਾਨੂੰ ਕਈ ਵਾਰੀ ਉਦਾਹਰਨ ਦਿੱਤੀ ਹੈ, ਤੁਹਾਡੇ ਮੱਥੇ 'ਤੇ ਬਾਣੀ ਪੜ੍ਹਨਾ ਲਿਖਿਆ ਹੋਇਆ ਸੀ, ਪਰਮਾਤਮਾ ਲਿਖ ਕੇ ਭੇਜਦਾ ਕਿ ਤੂੰ ਸੰਥਿਆ ਲਏਗਾ, ਤੂੰ ਬਾਣੀ ਸਿੱਖੇਗਾ, ਤੂੰ ਬਾਣੀ ਪੜ੍ਹੇਗਾ, ਲਿਖ ਕੇ ਭੇਜਦਾ। ਹੁਣ ਪ੍ਰਬੰਧ ਵੀ ਤਾਂ ਪਰਮਾਤਮਾ ਨੇ ਕਰਨਾ। ਜੇ ਕੋਈ ਪੜ੍ਹਾਉਣ ਵਾਲਾ ਹੋਊਗਾ ਤਾਂ ਹੀ ਜਿਹੜਾ ਤੁਹਾਡੇ ਮੱਥੇ 'ਤੇ ਲਿਖਿਆ ਉਹ ਪ੍ਰਗਟ ਹੋਵੇਗਾ ਨਾ। ਫਿਰ ਪਰਮਾਤਮਾ ਸੋਚਿਆ ਵੀ ਇਸ ਇਲਾਕੇ 'ਚ ਜ਼ਿਆਦਾ ਦੇ ਮੱਥੇ 'ਤੇ ਮੈਂ ਲਿਖਿਆ ਬਾਣੀ, ਇਹ ਮੈਨੂੰ ਭੇਜਦਾ, ਚੱਲ ਬਈ ਸੱਜਣਾ ਤੂੰ ਕਹਾ। ਮੇਰੇ ਮਨ 'ਚ ਆਇਆ ਹੀ ਨਾ, ਹੁਕਮ ਹੋ ਗਿਆ ਭਾਈ। ਪਹਿਲਾਂ ਮੈਨੂੰ ਹੁਕਮ ਆਇਆ
ਟਿਊਸ਼ਨ ਬੰਦ ਕਰ ਦਿਓ। ਮੈਨੂੰ ਦੱਸਿਆ ਨਹੀਂ, ਸੁਣਿਆ, ਮੈਂ ਬੰਦ ਕਰਤੀਆਂ। ਬੱਚੇ ਨੂੰ ਮੈਂ ਕਿਹਾ ਭਾਈ ਮੈਂ ਤੁਹਾਡੇ ਤੋਂ 30 ਤਰੀਕ ਦੇ ਪੈਸੇ ਲਏ ਹੋਏ ਨੇ, ਅੱਜ 15 ਹੋ ਗਏ, 30 ਤਰੀਕ ਤੋਂ ਬਾਅਦ ਆਪਣਾ ਪ੍ਰਬੰਧ ਕਰ ਲਿਓ। ਮੈਨੂੰ ਹੁਕਮ ਹੋ ਗਿਆ। ਕਿਹਦਾ ਹੋ ਗਿਆ ਮੈਂ ਨਹੀਂ ਤੁਹਾਨੂੰ ਪਤਾ ਕਿਹਦਾ ਹੋ ਗਿਆ, ਮੈਨੂੰ ਦਰਗਾਹ ਹੀ ਹੁਕਮ ਹੋ ਗਿਆ, ਬੰਦ ਕਰਤੀ। ਚਲੋ ਹੌਲੇ ਫਿਰ ਆਵਾਜ਼ ਆਈ, ਸੰਗਤ ਨੂੰ ਪਾਠ ਸਿਖਾਉਣਾ ਸ਼ੁਰੂ ਕਰੋ। ਠੀਕ ਹੈ, ਮੈਂ ਸੰਗਤ ਨੂੰ ਕਹਿਣਾ ਸ਼ੁਰੂ ਕਰਤਾ ਕਿ ਭਾਈ ਸ਼ਾਮੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਪਾਠ, ਮੈਂ ਤਾਂ ਸਰਵਿਸ ਕਰਦਾ, ਸਵੇਰੇ ਸਵੇਰੇ ਤੋਂ ਮੈਂ ਸਕੂਲ ਜਾਣਾ ਹੁੰਦਾ ਸੀ, ਸਿਖਾਉਣਾ ਸ਼ੁਰੂ ਕਰਤਾ। ਹੁਣ ਜਿਨ੍ਹਾਂ ਦੇ ਭਾਗਾਂ ਦੇ ਲਿਖਾ ਹੌਲੀ ਹੌਲੀ ਆਉਣ ਲੱਗ ਪਏ। ਪਹਿਲੇ ਮੈਨੂੰ ਯਾਦ ਹੈ ਇੱਕੋ ਆਇਆ ਸੀ ਮੇਰੇ ਕੋਲ ਸਿਰਫ, ਅਗਲੇ ਗਰੁੱਪ 'ਚ 4 ਆ ਗਏ, 5-6 ਮਹੀਨੇ ਦਾ ਕੋਈ ਕੋਰਸ ਹੁੰਦਾ। ਉਦੋਂ ਅਗਲੇ ਗਰੁੱਪ 'ਚ 8 ਆ ਗਏ, ਉਦੋਂ ਅਗਲੇ ਗਰੁੱਪ 'ਚ 12 ਆ ਗਏ, ਉਦੋਂ ਅਗਲੇ ਗਰੁੱਪ 'ਚ 16 ਆ ਗਏ। ਜਦੋਂ 16 ਆ ਗਏ ਉਦੋਂ ਮੈਂ ਸੰਤ ਸੁਖਦੇਵ ਸਿੰਘ ਮਹਾਰਾਜ ਨੂੰ ਕਿਹਾ ਵੀ ਤੁਸੀਂ ਇੱਕ ਦਿਨ ਪਹਿਲਾਂ ਆਓ ਜੀ, ਆਸ਼ੀਰਵਾਦ ਦਿਓ, ਤੁਹਾਡਾ ਫੋਟੋ ਖਿਚਾ ਲੈਣਗੇ ਵੀ ਕੱਲ੍ਹ ਨੂੰ ਭੋਗ ਪਾਉਣਾ, ਵੀ ਸੰਥਿਆ ਦਾ ਭੋਗ ਪੈਣਾ ਹੈ। ਅਤੇ ਬਾਬਾ ਕਸ਼ਮੀਰਾ ਸਿੰਘ ਆ ਕੇ ਇੱਥੇ ਕੀ ਕਥਾ ਕੀਰਤਨ ਕੀਤੀ। ਫਿਰ ਉਹ ਵੱਧਦਾ ਗਿਆ 40-40 50 ਵੀ ਫਿਰ ਹੋਣ ਲੱਗ ਪਏ। ਇਸ ਤਰ੍ਹਾਂ 2350 ਪਾਠੀ ਹੁਣ ਤੱਕ ਤਿਆਰ ਹੋ ਗਏ। ਲਿਖਿਆ ਹੋਇਆ ਸੀ, ਫਿਰ ਪ੍ਰਬੰਧ ਵੀ ਪਰਮਾਤਮਾ ਨੇ ਲਿਖਿਆ, ਪਰਮਾਤਮਾ ਨੇ ਪ੍ਰਬੰਧ ਵੀ ਕਰ ਬਈ। ਹੁਣ ਲਿਖ ਤਾਂ ਦਿੱਤਾ ਬਈ ਤੂੰ ਬਾਣੀ ਪੜ੍ਹੇਂਗਾ, ਫਿਰ ਪੜ੍ਹਾਉਣ ਵਾਲਾ ਵੀ ਤਾਂ ਕੋਈ ਚਾਹੀਦਾ, ਅਤੇ ਮੇਰੇ ਮੱਥੇ 'ਤੇ ਲਿਖਦਾ ਹੋਣਾ ਵੀ ਤੂੰ ਪੜ੍ਹਾਏਂਗਾ। ਚੱਲ ਆਜ਼ਾਦ ਨਗਰ 'ਚ ਮੈਨੂੰ ਲੋਨ ਨਹੀਂ ਮਿਲਿਆ, ਇੱਥੇ ਮਿਲਿਆ, ਇੱਥੇ ਆ ਗਿਆ ਮੈਂ, ਇੱਥੇ ਆ ਸਭ ਕੁਝ ਮਿਲਣਾ ਸੀ। ਇੱਥੇ ਧਰਤੀ ਨੂੰ ਭਾਗ ਲੱਗਣੇ ਸਨ। ਦੇਖੋ 28 ਸਾਲ ਹੋ ਗਏ ਧਰਤੀ ਨੂੰ ਭਾਗ ਲੱਗਦੇ, ਧਰਤੀ ਵਾਲੇ ਦੂਰ ਦੂਰ ਤੱਕ ਪਵਿੱਤਰ ਹੋ ਗਈ ਹੋਣੀ ਹੈ। ਅਤੇ ਗੁਰੂ ਮਹਾਰਾਜ ਕਿਰਪਾ, ਇਹ ਰੱਬੀ ਸਭ ਨਿਯਮ ਨੇ। ਇਹ ਜੇ ਲਿਖਿਆ ਤਾਂ ਫਿਰ ਰੱਬ ਨੇ ਪੂਰਾ ਵੀ ਕਰਵਾਉਣਾ ਹੁੰਦਾ, ਸਾਧਨ ਉਹਨੇ ਵਰਤਾਣੇ ਕਿ ਲਿਖਿਆ ਉਸ ਨੇ। ਸੋ ਗੁਰੂ ਮਹਾਰਾਜ ਕਹਿੰਦੇ ਜਾ ਕੇ ਮਾਥੈ ਇਹ ਨਿਦਾਨ, ਸੋਈ ਪੁਰਖ ਜਪੈ ਭਗਵਾਨ, 8 ਪੈਰ ਹਰ ਹਰ ਗੁਣ ਗਾਓ, ਕੋ ਨਾਨਕ ਹਉ ਤਿਸ ਬਲ ਜਾਉ। ਜਿਹੜਾ 8 ਪੈਰ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ, ਗੁਰੂ ਮਹਾਰਾਜ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਸਦਕੇ ਜਾਂਦਾ, ਮੈਂ ਉਸ ਤੋਂ ਵਾਰੀ ਜਾਂਦਾ ਹਾਂ, ਜਿਹੜਾ ਹਰ ਵਕਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਸੋ ਇਸ ਲਈ ਭਾਈ ਜਿੰਨਾ ਵੀ ਸਮਾਂ ਮਿਲੇ ਵੱਧ ਤੋਂ ਵੱਧ ਭਜਨ ਬੰਦਗੀ ਕਰਨੀ ਹੈ, ਆਪਣੇ ਜੀਵਨ ਆਪਾਂ ਲਿਖ ਕੇ ਲਾਉਣਾ ਹੈ। ਸਤਿਕਾਰਯੋਗ ਸਾਧ ਨੇ ਸਵੇਰੇ ਜਿਹੜਾ ਹੈ ਅਖੰਡ ਪਾਠ ਸ਼ੁਰੂ ਹੋਣੇ ਹਨ। ਠੀਕ ਹੈ ਜੀ, 6 ਅਖੰਡ ਪਾਠ ਸ਼ੁਰੂ ਹੋਣੇ ਨੇ। 7ਵਾਂ ਅਸੀਂ ਪਾਠੀ ਰਿਜ਼ਰਵ 'ਚ ਰੱਖਿਆ ਹੋਇਆ, ਕਿਉਂਕਿ ਸਾਡੇ ਕੋਲ ਫਾਲਤੂ ਪਾਠੀ ਨਹੀਂ ਹੈ। ਜੇ ਅਸੀਂ 7 ਪਾਠ ਕਰਦੇ ਹਾਂ ਅਤੇ ਇੱਕ ਪਾਠੀ ਢਿੱਲਾ ਮੱਠਾ ਹੋ ਕੇ ਕਿਤੇ ਜਾਣਾ, ਸਾਡੇ ਕੋਲ ਬੰਦਾ ਨਹੀਂ ਹੈ ਫਾਲਤੂ ਕੋਈ। ਇਸ ਲਈ ਅਸੀਂ ਦੂਰ ਦੀ ਸੋਚ ਕੇ ਇੱਕ ਪਾਠੀ 7ਵਾਂ ਰਿਜ਼ਰਵ 'ਚ ਰੱਖਿਆ ਹੋਇਆ ਹੈ ਕਿ ਤੂੰ ਆਉਣਾ ਜ਼ਰੂਰ ਆਪਣੀ ਡਿਊਟੀ 'ਤੇ, ਤਾਂ ਜੇ ਕੋਈ ਪਾਠੀ ਨਾ ਆਵੇ ਤਾਂ ਉਹਦੀ ਥਾਂ 'ਤੇ ਡਿਊਟੀ ਦੇਣੀ ਹੈ। ਇਸ ਲਈ 7 ਦੇ 7 ਪਾਠੀ ਨਹੀਂ ਆਉਣਾ ਹੈ। ਕੱਲ੍ਹ ਤੋਂ ਅਖੰਡ ਪਾਠ ਸ਼ੁਰੂ ਹੋ ਰਹੇ ਨੇ। ਹੁਣ ਐਤਵਾਰ ਨੂੰ, ਕਿਉਂਕਿ ਆਪਾਂ ਜਿਹੜਾ ਹੈ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਬਰਸੀ ਅਤੇ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾ ਵਾਲੇ, ਉਹਨਾਂ ਦੀ ਬਰਸੀ, ਦੋਨਾਂ ਦੀ ਬਰਸੀ ਮਨਾ ਰਹੇ ਹਾਂ। ਆ ਪਿੱਛੇ ਜੀ ਹੁਣੇ ਦੋਨਾਂ ਦੀ ਲੰਘੀ ਹੈ। ਤਾਂ ਐਤਵਾਰ ਨੂੰ ਜਿਹੜਾ ਸ਼ਾਮ ਨੂੰ 7:15 ਵਜੇ ਲੈ ਕੇ 8:15 ਵਜੇ ਕਥਾ ਹੋਏਗੀ, ਇਹ ਦੋਨਾਂ ਮਹਾਂਪੁਰਖਾਂ ਦੇ ਜੀਵਨ 'ਤੇ ਕਥਾ ਹੋਵੇਗੀ। ਸੋ ਐਤਵਾਰ ਨੂੰ ਫਿਰ ਚਾਹੇ ਇੱਥੇ ਬੈਠ ਕੇ ਸੁਣ ਲਿਓ, ਚਾਹੇ ਭਾਈ ਆਪਣੇ ਘਰਾਂ 'ਚ ਬੈਠ ਕੇ ਸੁਣ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।